ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। मैं मूरख की केतक बात है, कोट पराधी तरिया रे। गुरु नानक जिन सुनिया पेखिया, से फिर गर्भास न परियारे। हम मैले तुम उजल करते, हम निर्गुण तू दाता। हम मूरख तुम चतुर सियाणे, तू सर्ब कला का ज्ञाता। माधो हम ऐसे तू ऐसा, हम पापी तुम पाप खंडन। निको ठाकुर दिसा। सतनाम वाहिगुरु साहिब जीओ। सुनिया सिद्ध पीर सुरनाथ, सुनिया धरत धवल आकाश। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰਦੇ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਸਾਰੇ ਹੀ ਵਡਭਾਗੀ ਹੋ ਸੱਚੇ ਪਾਤਸ਼ਾਹ ਹਜ਼ੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਮੀ ਬਾਣੀ ਦੇ ਦੀਦਾਰ, ਦਸਾਂ ਗੁਰੂ ਸਾਹਿਬਾਨਾਂ ਦੀ ਜੋਤ ਦੇ ਦੀਦਾਰ ਨੇ। ਆਪ ਕਰ ਰਹੇ ਹੋ ਬਾਣੀ ਦੀ ਵਿਚਾਰ। ਕਹਿਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅੰਦਰ ਦਾ ਟਿਕਾ ਬਖਸ਼ਣ, ਕਿਉਂਕਿ ਇਹ ਬਾਣੀ ਐਸੀ ਬਾਣੀ ਹੈ, ਇਹਨੂੰ ਆਪਣੇ ਜੀਵਨ ਵਿੱਚ ਜਿੰਨੀ ਵਾਰੀ ਮਰਜ਼ੀ ਵਿਚਾਰ ਲਈਏ, ਇਸ ਬਾਣੀ ਦਾ ਫਿਰ ਵੀ ਅੰਤ ਨਹੀਂ ਪਾਇਆ ਜਾ ਸਕਦਾ। ਹਜੇ ਵੀ ਕੋਈ ਦਾਵਾ ਨਹੀਂ ਕਿ ਇਹ ਅਰਥ ਸੰਪੂਰਨ ਨੇ ਜਾਂ ਅਸੀਂ ਅਰਥ ਕਰ ਰਹੇ ਹਾਂ। ਬਹੁਤ ਸਤਿਗੁਰੂ ਜੀ ਜਾਣਦੇ ਨੇ, ਅੰਦਰੋਂ ਡਰੇ ਪਏ ਹਾਂ ਅਸੀਂ ਵੀ ਇਹਦੇ ਅਰਥ ਕਰਨ ਲੱਗੇ ਹਾਂ, ਕਿਉਂਕਿ ਬੇਸ਼ੁਮਾਰ ਅਥਾ ਅਗਨਤ ਅਤੁਲੈ ਦੇ ਅਰਥ ਬਹੁਤ ਅਸੀਮ ਨੇ, ਬਹੁਤ ਅਸੀਮ ਨੇ। ਸੱਚੇ ਪਾਤਸ਼ਾਹ ਮਿਹਰ ਕਰਨ, ਆਪ ਸਾਰੇ ਹੀ ਅਸੀਸ ਬਖਸ਼ੋ। ਗੁਰੂ ਸਾਹਿਬ ਆਪ ਵਿੱਚ ਵਰਤ ਕੇ ਵਿਚਾਰਾਂ ਕਰਾਉਣ। ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਹਜ਼ੂਰ ਜੀ ਦੀ ਇਸ ਬਾਣੀ ਨੂੰ ਪੜ੍ਹਦਿਆਂ ਡਰ ਆਪੇ ਹੀ ਖਤਮ ਹੁੰਦਾ ਹੈ। ਨਿਰਭਉ ਅਤੇ ਨਿਰਵੈਰ ਦੀ ਅਵਸਥਾ ਦੇ ਸੰਤ ਜਨ, ਸਾਧ ਜਨ, ਗੁਰਮੁਖ ਜਨ ਮਾਲਕ ਬਣਦੇ ਨੇ। ਪਿਛਲੀ ਪੌੜੀਆਂ ਦੇ ਵਿੱਚ ਕੱਲ੍ਹ ਵਿਚਾਰ ਕੀਤੀ ਸੀ ਕਿ ਉਹ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਕਿਸੇ ਵੀ ਰੂਪ ਦੇ ਵਿੱਚ ਜੰਮਿਆ ਨਹੀਂ ਜਾ ਸਕਦਾ, ਬਣਾਇਆ ਨਹੀਂ ਜਾ ਸਕਦਾ, ਨਾ ਸਥਾਪਿਤ ਕੀਤਾ ਜਾਂਦਾ। ਹਾਂ, ਬਸ ਉਹਦੇ ਗੁਣਾਂ ਨੂੰ ਗਾਈਏ, ਉਹੀ ਉਹਦੀ ਅਸਲ ਪੂਜਾ ਹੈ। ਗਾ ਕੇ, ਸੁਣ ਕੇ ਅਤੇ ਮਨ ਵਿੱਚ ਵਸਾ ਕੇ, ਸਹਿਜ ਧਿਆਨ ਟਿਕਾ ਕੇ, ਫਿਰ ਮਹਾਰਾਜ ਕਹਿੰਦੇ ਹੈ ਕਿ ਅਸੀਂ ਉਹਦੇ ਮੁਖ, ਉਹਦੇ ਗੁਰੂ ਦੇ ਰਾਹੀਂ ਉਹਦਾ ਅਨਹਦ ਨਾਦ ਸੁਣ ਸਕਦੇ ਹਾਂ। ਉਹਦੇ ਗਿਆਨ ਵੇਦ ਨੂੰ ਪ੍ਰਾਪਤ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੁਰੂ ਦੇ ਰਾਹੀਂ। ਅਤੇ ਫਿਰ ਗੁਰੂ ਵਿੱਚੋਂ ਹੀ ਸਾਰੇ ਦੀਦਾਰ ਹੁੰਦੇ ਆ। ਗੁਰ ਈਸ਼ਰ, ਗੁਰ ਗੋਰਖ ਬ੍ਰਹਮਾ, ਔਰ ਇਹ ਸਾਰਾ ਕੁਝ। ਔਰ ਸਤਿਗੁਰੂ ਜੀ ਨੇ ਅੱਗੇ ਦੱਸਿਆ ਕਿ ਤੀਰਥ ਜਿਹੜੇ ਨਹਾਉਣੇ ਹੈ, ਜੇ ਉਹਨੂੰ ਪ੍ਰਵਾਨ ਨਹੀਂ ਅਤੇ ਬਾਹਰ ਦੇ ਤੀਰਥ ਨਹਾਉਣੇ ਬਿਲਕੁਲ ਨਿਹਫਲ ਨੇ, ਕੋਈ ਫਾਇਦਾ ਨਹੀਂ। ਫਿਰ ਸਾਹਿਬ ਜੀ ਨੇ ਇੱਕੋ ਹੀ ਗੱਲ ਦਿੱਤੀ ਹੈ ਕਿ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ। ਤੁਸੀਂ ਧਿਆਨ ਨਾਲ ਦੇਖੋ, ਇਹ ਪਿਛਲੀਆਂ 5ਵੀਂ ਅਤੇ 6ਵੀਂ ਪੌੜੀ ਦੇ ਵਿੱਚ ਨਾਨਕ ਪਦ ਨਹੀਂ ਆਇਆ। ਅੱਗੇ ਫਿਰ ਕੱਲ 7ਵੀਂ ਪੌੜੀ ਵਿਚਾਰੀ ਸੀ, ਜੇ ਜੁਗ ਚਾਰੇ ਆਰਜਾ
जे क्यों नानक पद नहीं आया, क्योंकि गुरु नानक साहब ने उस वाहिगुरु का जिक्र करता, गुरा एक दे बुझाई सबना जियां का एक दाता सो मैं विसर ना जाए। जे जुगां जिन्नी उम्र हो जाए, 4 जुगां तो भी वध चुगणी दुगणी हो जाए, तां भी ਵੱਡਾ ਚੰਗਾ ਨਾਉ ਵੀ ਰੱਖਿਆ ਜਾਏ, 4 ਯੁਗਾਂ ਦੇ ਵਿੱਚ ਚੰਗਾ ਨਾਉ ਰਖਾਇ ਕੈ ਜਸ ਕੀਰਤ ਜਗ ਲੈ ਕੀਰਤੀ ਹੋਏ। ਪਰ ਮਹਾਰਾਜ ਕਹਿੰਦੇ ਜੇ ਉਹਦੀ ਨਜ਼ਰ ਨਹੀਂ ਹੈ ਤੇ ਫਿਰ ਮਹਾਰਾਜ ਕਹਿੰਦੇ ਕੋਈ ਨਹੀਂ ਪੁੱਛੇਗਾ। ਉਹਦੀ ਨਜ਼ਰ ਨਾਲ ਹੀ ਸਭ ਕੁਝ ਹੈ, ਉਹਦੀ ਕਿਰਪਾ ਉਹਦੀ ਬਖਸ਼ਿਸ਼ ਹੋ ਕੇ ਇੱਜ਼ਤ ਮਾਣ ਸਤਿਕਾਰ ਜੀਵਨ ਤੇ ਨਾਮ ਵੀ ਵੱਡਾ ਉਹਦੀ ਕਿਰਪਾ ਨਾਲ ਹੁੰਦਾ ਹੈ। ਤੇ ਜੇ ਉਹਨੂੰ ਯਾਦ ਨਹੀਂ ਕੀਤਾ ਫਿਰ ਮਹਾਰਾਜ ਕਹਿੰਦੇ ਤੂੰ ਦੋਸ਼ੀ ਥਾਪਿਆ ਜਾਏਗਾ। ਭਾਵੇਂ ਤੂੰ ਕਹਿੰਦਾ ਮੈਂ ਕੋਈ ਪਾਪ ਨਹੀਂ ਕਰਦਾ, ਮੈਂ ਕੁਛ ਇਹ ਨਹੀਂ ਕਰਦਾ, ਮੈਂ ਕਿਸੇ ਦਾ ਮਾੜਾ ਮੈਂ ਦਿਲ ਨਹੀਂ ਦੁਖਾਉਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਗੱਲਾਂ ਤੇ ਸਾਰੀਆਂ ਸੈਕੰਡਰੀਆਂ ਨੇ। ਪ੍ਰਾਇਮਰੀ ਗੱਲ ਤੇ ਪਹਿਲੀ ਗੱਲ ਇਹ ਹੈ ਕਿ ਉਹਦਾ ਸ਼ੁਕਰਾਨਾ, ਉਹਦਾ ਚੇਤਾ। ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ। ਜੋ ਪਿਛਲੀ ਪੌੜੀ ਵਿੱਚ ਪੜਿਆ ਜੇ ਵਿਸਰ ਗਿਆ ਫਿਰ ਮਹਾਰਾਜ ਕਹਿੰਦੇ ਹਰ ਬਿਸਰਤ ਸਦਾ ਖੁਆਰੀ, ਫਿਰ ਤੂੰ ਖੁਆਰ ਹੋਏਗਾ, ਫਿਰ ਤੈਨੂੰ ਜੰਮ ਡੰਡ ਵੀ ਪੈਣਗੇ। ਇੱਥੋਂ ਤੱਕ ਵਿਸਰਿਆ ਜਿਨ ਨਾਉ ਤੇ ਭੋਏ ਭਾਰ ਥੀਏ, ਧਰਤੀ ਤੇ ਭਾਰ ਵੀ ਆਖਿਆ। ਦੋਸ਼ੀ ਦੋਸ਼ ਧਰੇ, ਤੈਨੂੰ ਦੋਸ਼ ਲਾਇਆ ਜਾਏਗਾ ਕਿ ਤੂੰ ਉਸ ਵਾਹਿਗੁਰੂ ਨੂੰ ਵਿਸਰ ਗਿਆ, ਤੂੰ ਦੋਸ਼ੀ ਹੋਏਗਾ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਦਰਗਾਹ 'ਚ। ਪਰ ਜਿੱਥੇ ਉਹ ਸਾਨੂੰ ਦੋਸ਼ੀ ਵੀ ਕਰਨ ਵਾਲਾ ਹੈ, ਉੱਥੇ ਸਾਡੇ ਦੋਸ਼ੀਆਂ ਨੂੰ ਨਿਰਗੁਣਾਂ ਨੂੰ ਗੁਣ ਬਖਸ਼ ਕੇ ਤੇ ਗੁਣਵੰਤ ਵੀ ਬਣਾਉਣ ਵਾਲਾ ਹੈ। ਦੋਨੋਂ ਚੀਜ਼ਾਂ ਨੇ, ਦੋਸ਼ੀ ਵੀ ਕਰਨ ਵਾਲਾ ਹੈ ਤੇ ਪਰ ਉਹ ਬਖਸ਼ਿਸ਼ ਕਰਨ ਵਾਲਾ ਵੀ ਹੈ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ, ਗੁਣ ਦੇਤੇ ਹਾ ਕੋਈ ਨਾ ਸੁਝਈ। ਤੁਹਾਡੇ ਵਰਗਾ ਵਾਹਿਗੁਰੂ ਕੋਈ ਦੂਸਰਾ ਨਹੀਂ ਹੈ, ਜਿਹੜੇ ਸਾਡੇ ਅਵਗੁਣਾਂ ਨੂੰ ਦੇਖ ਕੇ ਵੀ ਸਭ ਕੁਛ ਸਾਨੂੰ ਵਡਿਆਈਆਂ ਦਿੰਦਾ। ਔਰ ਇਸ ਕਰਕੇ ਜੇ ਤਿਸ ਗੁਣ ਕੋਈ ਕਰੇ, ਜਿਹਨੂੰ ਵਾਹਿਗੁਰੂ ਗੁਣ ਦੇ ਫਿਰ ਉਹਦੇ ਗੁਣਾਂ ਨੂੰ ਕੋਈ ਖੋ ਨਹੀਂ ਸਕਦਾ। ਅਗਲੀ ਪੌੜੀਆਂ 8 ਤੋਂ ਲੈ ਕੇ 11 ਤੱਕ ਸੁਣਨ ਦੇ ਉੱਤੇ ਐਮਫੈਸਿਸ ਕੀਤਾ, ਜ਼ੋਰ ਦਿੱਤਾ। ਪਰ ਇਹ ਸੁਣਨਾ ਨਿਰਾ ਕੰਨਾਂ ਦਾ ਨਹੀਂ ਹੈ, ਇਸ ਸੁਣਨ ਨੂੰ ਆਤਮ ਧਿਆਨ ਆਖਿਆ ਵਿਦਵਾਨਾਂ ਨੇ। ਇਸ ਸੁਣਨ ਨੂੰ ਭਾਈ ਵੀਰ ਸਿੰਘ ਨੇ ਅੰਦਰ ਨਾਮ ਦੇ ਵਿੱਚ ਸੁਰਤ ਜੋੜਨ ਦੀ ਜੁਗਤ ਆਖਿਆ। ਇਸੀ ਸੁਣਨ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਰਮ ਅਵਸਥਾ ਦੀ ਪ੍ਰਾਪਤੀ ਸਹਿਜ ਧਿਆਨ ਦੇ ਰੂਪ ਦੇ ਵਿੱਚ ਬਿਆਨ ਕੀਤਾ। ਸੋ ਆਓ ਜੀ ਇਹਨੂੰ ਫਿਰ ਵਿਚਾਰਨਾ ਅਸੀਂ ਸ਼ੁਰੂ ਕਰੀਏ। ਸਾਰੇ ਇੱਕ ਵਾਰੀ ਮਨੋਬਿਰਤੀਆਂ ਇਕਾਗਰ ਕਰੋ, ਅੱਖਾਂ ਬੰਦ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਵਾਰੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸੁਣਿਆ ਸੁਣੀਏ ਨਹੀਂ ਪੜ੍ਹਨਾ, ਨਾ ਸੁਣੀਏ ਨਾ ਸੁਣੀਐ, ਸੁਣਿਆ। ਸੁਣਨ ਦੇ ਨਾਲ ਵਡਹੰਸ ਕੀ ਵਾਰ ਹੈ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ। 8 ਪੌੜੀਆਂ ਸੁਣਨ ਦੇ ਉੱਤੇ ਹੀ ਹੈ, ਜਿਹੜੀ ਅਸੀਂ ਪਿੱਛੇ ਸਹਿਜ ਪਾਠ ਕੇ ਪੜ੍ਹ ਕੇ ਆਏ ਸੀ, ਉਹਨੂੰ ਨਾਲ ਨਾਲ ਵਿਚਾਰਾਂਗੇ। ਨਾਉ ਸੁਣਿਆ ਮਨ ਰਹਿਸੀਆ, ਉੱਥੇ ਵੀ ਸੁਣਿਆ ਵਡਹੰਸ ਕੀ ਵਾਰ ਮਹੱਲਾ ਚੌਥਾ। ਨਾਉ ਸੁਣਿਆ ਮਨ ਰਹਿਸੀਆ, ਨਾਮੇ ਸ਼ਾਂਤ ਆਈ। ਸ਼ਾਂਤੀ ਸੁਣਨ ਦੇ ਨਾਲ ਮਿਲੇਗੀ, ਆਤਮ ਧਿਆਨ ਦੇ ਨਾਲ। ਨਾਉ ਸੁਣਿਆ ਮਨ ਤ੍ਰਿਪਤੀ ਹੈ, ਇਹਨੂੰ ਸੁਣਨ ਦੇ ਨਾਲ ਗੁਰੂ ਰਾਮਦਾਸ ਜੀ ਕਹਿੰਦੇ ਹੈ ਸਭ ਦੁੱਖ ਮਿਟਾਈ ਗਵਾਈ। ਨਾਉ ਸੁਣਿਆ ਮਨ ਤ੍ਰਿਪਤੀ ਹੈ, ਸਭ ਦੁੱਖ ਗਵਾਈ, ਸਾਰੇ ਦੁੱਖ ਖਤਮ ਹੋਣਗੇ। ਨਾਉ ਸੁਣਿਆ ਕਹਿੰਦੇ ਕੀ ਹੋਏਗਾ, ਕਹਿੰਦੇ ਨਾਏ ਸੁਣਿਆ ਨਾਉ ਵਸੈ, ਹਿਰਦੇ ਵਿੱਚ ਨਾਮ ਵਸੇਗਾ, ਫਿਰ ਕੀ ਹੋਏਗਾ, ਨਾਮੇ ਵਡਿਆਈ। 3 ਗੱਲਾਂ ਨੇ। ਸੁਣਨ ਦੇ ਨਾਲ ਨਾਮ ਹਿਰਦੇ ਵਿੱਚ ਵਸੇਗਾ, ਜਦ ਨਾਮ ਹਿਰਦੇ ਵਿੱਚ ਵਸਿਆ ਫਿਰ ਇਸ ਨਾਮ ਨੇ ਆਪਣੀ ਕਲਾ ਦਿਖਾਉਣੀ ਹੈ, ਉਹਨੇ ਪਾਰ ਬ੍ਰਹਮ ਪਰਮੇਸ਼ਵਰ ਦੇ ਦਰ 'ਚ ਵਡਿਆਈ ਦਿਵਾਉਣੀ ਹੈ। ਇਹਨੂੰ ਗੁਰੂ ਰਾਮਦਾਸ ਜੀ ਵਡਹੰਸ ਕੀ ਵਾਰ ਦੇ ਵਿੱਚ ਸੁਣਨ ਦੀ ਪੌੜੀਆਂ, ਭਾਵ ਸੁਣਨ ਦੀਆਂ 8 ਪੌੜੀਆਂ ਜਿਹੜੇ ਪਦੇ ਲਿਖਦੇ ਨੇ, ਇਹਨੂੰ ਗੁਰੂ ਨਾਨਕ ਸਾਹਿਬ ਨੇ ਸਿੱਧੀ ਇੱਕੋ ਲਫ਼ਜ਼ ਦੇ ਵਿੱਚ ਸੁਣਿਆ। ਜੇ ਸੁਣੀਆਂ ਹੁੰਦਾ ਡਾਣੇ ਨੂੰ ਬਿਹਾਰੀ ਹੁੰਦੀ, ਵੱਡੀ ਈ ਦੀ ਮਾਤਰਾ ਹੁੰਦੀ, ਤੇ ਫਿਰ ਉਹਦਾ ਅਰਥ ਕੁਝ ਹੋਰ ਹੁੰਦਾ। ਸੁਣਿਆ ਦਾ ਮਤਲਬ ਹੈ ਸੁਣਨ ਦੇ ਨਾਲ, ਤੇ ਸੁਣੀਆਂ ਦਾ ਅਰਥ ਹੈ ਜਿੰਨੇ ਸੁਣ ਲਿਆ। ਬੜਾ ਫਰਕ ਹੈ। ਇੱਥੇ ਗੁਰੂ ਸਾਹਿਬ ਕਹਿੰਦੇ ਹੈ ਸੁਣਨ ਦੇ ਨਾਲ, ਜਿਹੜਾ ਸੁਣੇ ਕੰਡੀਸ਼ਨਲ ਹੈ, ਜੇ ਸੁਣੇਗਾ ਤੇ ਤੈਨੂੰ ਕੀ ਮਿਲੇਗਾ। ਤੇ ਸੁਣੀਆਂ ਦਾ ਮਤਲਬ ਹੋ ਗਿਆ ਜਿਹੜਾ ਸੁਣ ਚੁੱਕਾ, ਪਰ ਅਸੀਂ ਤੇ ਸੁਣਿਆ ਹੀ ਨਹੀਂ, ਅਸੀਂ ਤੇ ਹਜੇ ਤੁਰੇ ਹਾਂ। ਸੁਣਿਆ ਸਿੱਧ ਪੀਰ ਸੁਰਨਾਥ। ਜੇ ਸੁਣੇਗਾ ਤੇ ਫਿਰ ਸਿੱਧਾਂ ਵਾਲੀ ਅਵਸਥਾ,
ਦੋ ਹੀ ਜ਼ਿਕਰ ਨੇ ਬਾਣੀ 'ਚ, ਇੱਕ ਸਿੱਧ ਆਇਆ, ਇੱਕ ਸਾਧਕ ਆਇਆ। ਸਿੱਧ ਹੈ ਪੁਗਿਆ ਹੋਇਆ, ਆਪਣੀ ਸੁਰਤ ਨੂੰ ਟਿਕਾਉਣ ਵਾਲਾ। ਸਾਧਕ ਹੈ ਜਿਹੜਾ ਯਤਨ ਕਰ ਰਿਹਾ ਕਿ ਮੇਰੀ ਸੁਰਤ ਟਿਕ ਜਾਏ। ਤੂੰ ਸੁਣੇਗਾ ਆਤਮ ਧਿਆਨ ਦੇ ਨਾਲ ਤੇ ਤੇਰੀ ਸੁਰਤ ਸਿੱਧੀ ਦੀ ਅਵਸਥਾ ਤੇ ਪਹੁੰਚ ਜਾਏਗੀ। ਸਿੱਧ ਪੀਰ, ਇੱਥੇ ਪੀਰ ਦਾ ਮਤਲਬ ਝਾੜੇ ਕਰਨ ਵਾਲੇ ਨਹੀਂ, ਜਾਦੂ ਟੋਣੇ ਵਾਲੇ ਨਹੀਂ। ਪੀਰ ਦਾ ਮਤਲਬ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਵਾਲੇ ਜਿਹੜੇ ਪੀਰ ਨੇ, ਜਿਨ੍ਹਾਂ ਨੂੰ ਵੱਡਾ ਆਖਿਆ ਗਿਆ ਇਸਲਾਮ ਕੁਰਾਨ ਦੇ ਵਿੱਚ, ਜਿਨ੍ਹਾਂ ਨੂੰ ਖੁਦਾ ਦੀ ਬੰਦਗੀ ਦੇ ਵਿੱਚ ਜੁੜੇ ਹੋਏ ਆਖਿਆ ਗਿਆ। ਸੁਣੇਗਾ ਸਿੱਧ ਬਣੇਗਾ। ਸਿੱਧ ਅਵਸਥਾ, ਪੀਰ ਦੀ ਅਵਸਥਾ, ਸੁਰ ਤੇ ਨਾਥ। ਕਹਿੰਦੇ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੂ ਅੰਮ੍ਰਿਤ ਗੁਰ ਤੇ ਪਾਇਆ। ਸੁਰ ਕਹਿੰਦੇ ਦੇਵਤਿਆਂ ਨੂੰ, ਤੇ ਨਾਥ ਕਹਿੰਦੇ ਆ ਜੋਗੀ, ਜਿਹੜੇ ਇਸ ਧਰਤੀ ਦੇ ਉੱਤੇ ਨਾਥ ਪਰੰਪਰਾ ਦੇ ਨਾਲ ਸਾਹ ਤਾਂ ਨੂੰ ਠਾਂ ਕਰਦੇ ਆ, ਯੋਗਾ ਸਾਧਨਾ ਕਰਦੇ ਆ। ਸੁਣਨ ਦੇ ਨਾਲ ਇਹ ਸਾਰੀਆਂ ਅਵਸਥਾ ਸਹਿਜੇ ਮਿਲ ਜਾਂਦੀ ਹੈ। ਨਾ ਤੈਨੂੰ ਪਿੰਡੇ ਤੇ ਵਿਭੂਤੀ ਮਿਲਣ ਦੀ ਲੋੜ, ਨਾ ਜਟਾਵਾਂ ਰੱਖਣ ਦੀ ਲੋੜ, ਨਾ ਪਹਾੜਾਂ ਦੀ ਕੰਧਰਾਂ ਤੇ ਜਾਣ ਦੀ ਲੋੜ। ਅੰਦਰ ਦੇ ਧਿਆਨ ਵਿੱਚ ਉਸ ਪ੍ਰਭੂ ਦਾ ਨਾਮ ਸੁਣਿਆ ਸਿੱਧ ਪੀਰ ਸੁਰਨਾਥ। ਸੁਣਨ ਦੇ ਨਾਲ ਇਹ ਅਵਸਥਾ ਮਿਲਦੀ ਹੈ। ਸੁਣਿਆ ਧਰਤ ਧਵਲ ਆਕਾਸ਼। ਧਵਲ ਕਹਿੰਦੇ ਹੈ ਉਹ ਧੌਲ ਜਿਹਨੇ ਧਰਤੀ ਨੂੰ ਚੱਕਿਆ ਹੋਇਆ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਸੁਣਨ ਦੇ ਨਾਲ ਤੈਨੂੰ ਇੰਨਾ ਕੁ ਗਿਆਨ ਮਿਲੇਗਾ, ਤੈਨੂੰ ਸਾਰੀ ਧਰਤੀ ਦਾ ਗਿਆਨ ਮਿਲੇਗਾ। ਧਰਤੀ ਦੇ ਥੱਲੇ ਕੀ ਹੈ, ਧਰਤੀ ਦੇ ਉੱਤੇ ਕੀ ਹੈ, ਜਿਹਨੂੰ ਧਵਲ ਕਿਹਾ, ਉਹਦਾ ਗਿਆਨ ਮਿਲੇਗਾ। ਤੇ ਆਕਾਸ਼, ਇਹ ਸਾਰੇ ਬ੍ਰਹਿਮੰਡ ਦਾ ਤੈਨੂੰ ਧਿਆਨ। ਤੇ ਕਿਹੜਾ ਧਿਆਨ ਮਿਲੇਗਾ ਕਿ ਸਭ ਕੁਛ ਤੂੰ ਹੈ ਪ੍ਰਭੂ। ਧਰਤੀ ਵਿੱਚ ਵੀ ਤੂੰ ਹੈ, ਧਰਤੀ ਦੇ ਥੱਲੇ ਉੱਤੇ ਵੀ ਤੂੰ ਹੈ, ਟਿਕਾਉਣ ਵਾਲਾ ਵੀ ਤੂੰ ਹੈ, ਤੇ ਇਹ ਸਾਰੇ ਬ੍ਰਹਿਮੰਡ ਵਿੱਚ ਤੂੰ ਹੀ ਹੈ ਜੀ। ਸੁਣਿਐ ਦੀਪ ਲੋ ਪਾਤਾਲ, ਸੁਣਿਐ ਉਹ ਨਾ ਸਕੈ ਕਾਲ। ਸਾਡੇ ਦੇਸ਼ ਦੀ ਪਰੰਪਰਾ ਦੇ ਵਿੱਚ ਸਿੱਧ ਪੀਰ ਸੁਰ ਨਰ ਦੇਵਤਿਆਂ ਨੂੰ ਤੇ ਨਾਥਾਂ ਨੂੰ ਬਹੁਤ ਜ਼ਿਆਦਾ ਸਨਮਾਨ ਮਿਲਦਾ ਸੀ। ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਆ ਇਸ ਸਨਮਾਨ ਦੀ ਭਾਵ ਕਿ ਇਹਦੀ ਅਵਸਥਾ, ਜਾਂ ਕੋਈ ਬੰਦਗੀ ਕਰਨ ਲੱਗ ਜਾਏ, ਕਿਸੇ ਦੇ ਅੰਦਰ ਲਾਲਚ ਪੈਦਾ ਹੋ ਜਾਏ, ਮੈਂ ਸਿੱਧ ਕਹਾਵਾਂ, ਮੈਂ ਪੀਰ ਕਹਾਵਾਂ, ਮੈਂ ਸੁਰ ਕਹਾਂ, ਦੇਵਤਾ ਕਹਾਵਾਂ ਜਾਂ ਨਾਥ ਕਹਾਵਾਂ। ਮਹਾਰਾਜ ਕਹਿੰਦੇ ਆ ਅੰਤਰ ਧਿਆਨ ਦੇ ਵਿੱਚ ਜੁੜਨ ਵਾਲਿਆਂ ਨੂੰ ਇਸ ਅਵਸਥਾ ਦੀ ਮੁਤਾਜਗੀ ਰਹਿੰਦੀ ਨਹੀਂ, ਕਿਉਂਕਿ ਉਹ ਬਾਹਰ ਦੇ ਦਿਖਾਵੇ ਕਰਕੇ ਸਿੱਧ ਪੀਰ ਸੁਰਨਾਥ ਨਹੀਂ ਹੁੰਦੇ। ਉਹ ਅੰਦਰੋਂ ਇਸ ਅਵਸਥਾ ਨੂੰ ਕਦ ਦੀ ਪਾ ਚੁੱਕੇ ਹੁੰਦੇ ਆ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਨਾਲ ਰਹਿਣ ਵਾਲੇ ਨੂੰ ਨਹੀਂ ਪਤਾ ਹੁੰਦਾ ਕਿ ਸੱਚੀ ਮੁੱਚੀ ਇਹਦੇ ਅੰਦਰ ਇੰਨਾ ਟਿਕਾ ਆ ਚੁੱਕਾ ਹੈ ਉਸ ਆਤਮ ਧਿਆਨ ਦੇ ਨਾਲ। ਅੱਗੇ ਮਹਾਰਾਜ ਕਹਿੰਦੇ ਸੁਣਿਆ ਵਿਸ਼ਰਾਮ ਦੇ ਕੇ ਦੀਪ ਲੋ ਪਾਤਾਲ। ਦੀਪਾਂ ਦੀ ਇਸ ਧਰਤੀ ਤੇ ਕਿੰਨੇ ਸਾਰੇ ਮਹਾਦੀਪ ਨੇ, ਦੀਪ ਨੇ, ਜਿਹਨੂੰ ਅਸੀਂ ਕਹਿੰਦੇ ਆ ਕਿ ਸਮੁੰਦਰ ਦੇ ਕਿਨਾਰੇ ਕੰਢੇ, ਬੀਚਿਸ ਕਹਿੰਦੇ ਆ, ਆਈਲੈਂਡਸ ਕਹਿੰਦੇ ਆ। ਭਾਵ ਸਿੱਧੀ ਜੀ ਗੱਲ ਹੈ ਕਿ ਸਾਰੀ ਸ੍ਰਿਸ਼ਟੀ, ਸਾਰੇ ਬ੍ਰਹਿਮੰਡ ਦੀ ਖੋਜੀ ਸੋਝੀ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਸੁਣਨ ਦੇ ਨਾਲ, ਆਤਮ ਧਿਆਨ ਦੇ ਨਾਲ ਦੀਪ ਲੋ ਪਾਤਾਲ, ਇਹ ਸਾਰੀ ਸੋਝੀ ਆ ਜਾਂਦੀ ਹੈ ਕਿ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਇੱਕ ਨਹੀਂ ਬੇਅੰਤ ਨੇ। ਸੁਣਿਆ ਉਹ ਨਾ ਸਕੈ ਕਾਲ। ਮੌਤ ਦਾ ਡਰ ਵੀ, ਕਾਲ ਕਹਿੰਦੇ ਮੌਤ, ਕਾਲ ਕਹਿੰਦੇ ਹੈ ਡਰ, ਕਾਲ ਕਹਿੰਦੇ ਹੈ ਜਿਸ ਵੀ ਦੁੱਖ, ਜਿਸ ਵੀ ਕਲੇਸ਼, ਜਿਸ ਵੀ ਭੈੜੀ ਆਮਦ ਨੇ ਆਉਣਾ ਹੁੰਦਾ ਉਹਨੂੰ ਕਾਲ ਰੂਪ ਹੀ ਆਖਿਆ ਬਾਣੀ ਦੇ ਵਿੱਚ। ਕਾਲ ਤੇ ਹੁੰਦਾ ਪਰ ਉਹਦੇ ਮਨ ਦੇ ਅੰਦਰ, ਜਿਹਦੇ ਅੰਦਰ ਗੁਰੂ ਦੇ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਦਾ ਧਿਆਨ ਹੁੰਦਾ, ਉਹਨੂੰ ਮਹਾਰਾਜ ਕਹਿੰਦੇ ਮੌਤ ਦਾ ਡਰ ਵੀ ਛੂਹ ਨਹੀਂ ਸਕਦਾ। ਪੋਹ ਦਾ ਮਤਲਬ ਛੂਹਣਾ, ਉਹਦੇ ਉੱਤੇ ਅਸਰ ਨਹੀਂ ਕਰ ਸਕਦਾ ਜੀ। ਨਾਨਕ ਭਗਤਾ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ਼। ਭਗਤਾਂ ਦੇ ਅੰਦਰ ਵਿਗਾਸ ਹੈ, ਸੁਣਨਾ ਹੀ ਹੈ। ਇਹ ਤਿੰਨੋਂ ਚੀਜ਼ਾਂ ਗਾਵੀਐ, ਸੁਣੀਐ, ਮਨ ਰੱਖੀਐ, ਭਾਓ, ਇਹ ਨਾਲ ਹੀ ਨਾਲ ਚੱਲਣਗੇ। ਇਸ ਸੁਣਨ ਦੇ ਵਿੱਚ ਮਨ ਦਾ ਭਾਓ ਵੀ ਨਾਲ ਚੱਲ ਰਿਹਾ, ਕਿਉਂਕਿ ਇਕੱਲਾ ਸੁਣਨਾ, ਇੱਥੇ ਤੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ, ਪੰਚ ਜਨਾ ਸਿਓ ਪੰਜ ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਬਾਧੇ। ਸੁਣਨਾ ਪੜ੍ਹਨਾ, ਮਹਾਰਾਜ ਕਹਿੰਦੇ ਇਹ ਅਹੰਕਾਰ ਬਣ ਜਾਂਦਾ ਜਦ ਤੱਕ ਇਹ ਮਨ 'ਚ ਵਸੇ ਨਾ। ਇਸ ਧਰਤੀ ਤੇ ਬਹੁਤ ਆਏ, ਪੜ ਗੱਡੀ ਲੱਦੀ ਹੈ ਵਾਲੀ ਭਾਵਨਾ ਲੈ ਕੇ ਇਸ ਧਰਤੀ ਤੇ ਕਿਆ ਪੜ੍ਹੀ ਹੈ, ਕਿਆ ਗੁਨੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਨੇ ਕਿਆ ਹੋਈ ਜਾਓ, ਸਹਿਜ ਨਾ ਮਿਲਿਓ ਸੋਈ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਕਿ ਹਰ ਕਾ ਨਾਮ ਨਾ ਜਪਸ ਗਾਵਾਰਾ, ਕਿਆ ਸੋਚਿਆ ਹੈ ਬਾਰੰਗਵਾਰਾ। ਕੀ ਸੱਚ ਸੋਚਦਾ ਪਿਆ ਕਿ ਤੂੰ ਗਫਲਤ ਦੇ ਵਿੱਚ, ਕਿ ਇਹ ਮੈਂ ਪੜ੍ਹ ਰਿਹਾ, ਇਹ ਮੈਂ ਸੁਣ ਰਿਹਾ, ਮੇਰੀ ਗਤੀ ਹੋ ਰਹੀ ਹੈ। ਉਹਨਾਂ ਚਿਰ ਤੱਕ ਗਤੀ ਨਹੀਂ ਹੈ ਜਿੰਨਾ ਚਿਰ ਤੱਕ ਤੇਰੇ ਅੰਦਰ ਵਿਗਾਸ ਨਹੀਂ ਪੈਦਾ ਹੋ ਰਿਹਾ।
ਨਿਸ਼ਾਨੀ ਦੱਸਦੀ। ਮਹਾਰਾਜ ਜੀ ਨੇ ਇੱਕ ਇਕੁਲੀਬਰੀਅਮ ਦੱਸਤਾ ਕਿ ਭਾਈ ਇੱਥੇ ਤੱਕ ਸੁਰਤ ਜੇ ਨਹੀਂ ਪਹੁੰਚ ਰਹੀ, ਜੇ ਇਹ ਵਾਲਾ ਆਨੰਦ ਨਹੀਂ ਆ ਰਿਹਾ, ਫਿਰ ਖੜੋਤ ਹੈ ਜੀਵਨ ਦੇ ਵਿੱਚ, ਦੇਰ ਇਜ਼ ਸਟੈਗਨੇਸ਼ਨ। ਅਤੇ ਜਿੱਥੇ ਖੜੋਤ ਹੈ, ਪਾਣੀ ਖੜ ਜਾਏ ਤੇ ਉਹ ਮੁਸ਼ਕ ਮਾਰਦਾ। ਅਤੇ ਜੇ ਤੇਰੇ ਅੰਦਰ ਸੁਣ ਕੇ ਵੀ ਹਜੇ ਵਿਕਾਸ ਨਹੀਂ ਪੈਦਾ ਹੋਇਆ, ਵਿਕਾਸ ਕਹਿੰਦੇ ਵੱਡਾ ਹੋਣਾ, ਕਿ ਬਹੁਤ ਬਹੁਤ ਵੱਡਾ, ਹਜੇ ਚਿੱਥਾ ਪੈ ਰਿਹਾ ਤੂੰ, ਹਜੇ ਕ੍ਰੋਧਿਤ ਵੀ ਹੋ ਰਿਹਾ, ਹਜੇ ਅੰਦਰ ਦੀ ਭਾਵਨਾ ਤੈਨੂੰ ਬਿਲਕੁਲ ਅੰਦਰ ਦੂਸ਼ਿਤ ਹੈ ਨਾ, ਇਹਦਾ ਮਤਲਬ ਹਜੇ ਵਿਕਾਸ ਨਹੀਂ ਆਇਆ। ਸੁਣਨ ਦੇ ਨਾਲ, ਮੰਨਣ ਦੇ ਨਾਲ ਨਾਨਕ ਭਗਤਾਂ ਸਦਾ ਵਿਕਾਸ, ਬਿੰਦੀ ਲਾ ਕੇ ਪੜ੍ਹਨੀ ਹੈ। ਔਰ ਇੱਥੇ ਸੁਣਿਆ ਪੋਹ ਨਾ ਸਕੈ ਕਾਲ, ਲੱਲੇ ਨੂੰ ਬਿੰਦੀ ਲਾ ਕੇ ਪੜ੍ਹਨਾ ਹੈ। ਕਾਲ ਤੇ ਕਾਲ ਦੇ ਵਿੱਚ ਬੜਾ ਫਰਕ ਹੈ। ਕਾਲ, ਜਿਸ ਤਰ੍ਹਾਂ ਭਾਈ ਸਾਹਿਬ ਨੇ ਕਾਲ ਪੜ੍ਹਿਆ, ਕਾਲ ਨਹੀਂ ਕਾਲ, ਲੱਲਾ ਭਾਰੀ ਪੜ੍ਹਿਆ ਜਾਏਗਾ। ਸਾਡੇ ਸ਼ਹਿਰੀਆਂ ਦਾ ਉਚਾਰਨ ਸਮੇਤ ਮੇਰਾ ਇਹ ਹਜੇ ਨਹੀਂ ਪੱਕਿਆ ਹੋਇਆ, ਫਿਰ ਵੀ ਪਕਾਉਣ ਦਾ ਯਤਨ ਕਰੀਏ, ਇਹਨੂੰ ਕਾਲ ਹੀ ਪੜ੍ਹੀਏ। ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ। ਇਸ ਅਵਸਥਾ ਦੇ ਵਿੱਚ ਉਹ ਸਿੱਧ ਪੀਰ ਸੁਰਨਾਥ ਦੇ ਧਿਆਨ ਨੂੰ ਪਹੁੰਚਦਾ, ਅਪੜਦਾ। ਧਰਤੀ ਧਵਲ ਤੇ ਆਕਾਸ਼ ਦਾ ਉਹਨੂੰ ਗਿਆਨ ਹੁੰਦਾ ਹੈ, ਦੀਪ ਲੋ ਪਾਤਾਲਾਂ ਦਾ ਉਹਨੂੰ ਗਿਆਨ ਹੁੰਦਾ ਹੈ, ਪਰ ਉਹਦੇ ਅੰਦਰ ਇਸ ਗਿਆਨ ਦਾ ਅਹੰਕਾਰ ਨਹੀਂ ਆਉਂਦਾ, ਬਲਕਿ ਉਹਦੇ ਅੰਦਰ ਨਾਨਕ ਭਗਤਾਂ ਸਦਾ ਵਿਗਾਸ, ਉਹਦੇ ਅੰਦਰ ਖੇੜਾ ਆਉਂਦਾ ਹੈ, ਉਹ ਹੋਰ ਜਾਣਨ ਦਾ ਉਹ ਜਿਗਿਆਸੂ ਬਣਦਾ ਹੈ। ਸੁਣਿਆ ਦੁੱਖ ਪਾਪ ਕਾ ਨਾਸ਼, ਇਹੀ ਸੁਣਨਾ ਦੁੱਖਾਂ ਤੇ ਪਾਪਾਂ ਦਾ ਨਾਸ਼, ਜਿਹਨੂੰ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਮਨ ਦਾ ਧਿਆਨ, ਕਿ ਹੇ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਇਹ ਸੁਣਨਾ ਹੈ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਸੁਣਿਆ ਦੁੱਖ ਪਾਪ ਕਾ ਨਾਸ਼ में नाश है जी। ਸੁਣਿਆ ਈਸ਼ਰ ਬਰਮਾ ਇੰਦ, ਸੁਣੈ ਮੁਖ ਸਾਲਾਹਣ ਮੰਦ। ਸੁਣਨ ਦੀ ਅਵਸਥਾਵਾਂ ਤਿੰਨ ਨੇ। ਵੈਸੇ 9 ਤਰ੍ਹਾਂ ਦੀ ਭਗਤੀ ਦੇ ਵਿੱਚ, 9 ਤਰ੍ਹਾਂ ਦੀ ਪ੍ਰਾਰਥਨਾ ਦੇ ਵਿੱਚ ਇੱਕ ਸੁਣਨ ਦੀ ਭਗਤੀ ਵੀ ਹੈ, ਸਰੋਤ ਭਗਤੀ ਜਿਹਨੂੰ ਕਿਹਾ ਗਿਆ। ਵੈਸੇ ਇੱਕ ਗਾਥਾ, ਇੱਕ ਕਹਾਣੀ ਚੱਲਦੀ ਹੈ ਸ਼ਾਸਤਰਾਂ ਦੇ ਵਿੱਚ, ਕਿ ਇੱਕ ਰਾਜੇ ਨੇ ਆਪਣੇ ਦਰਬਾਰ ਦੇ ਵਿੱਚ ਆਉਣ ਵਾਲੇ ਮੂਰਤੀ ਘਾੜਤ ਨੂੰ, ਮੂਰਤੀ ਘੜਨ ਵਾਲਿਆਂ ਨੂੰ ਇਹ ਕਿਹਾ ਕਿ ਮੈਨੂੰ ਐਸੀ ਮੂਰਤੀ ਬਣਾ ਕੇ ਦਿਓ ਜਿਹੜੀ ਮੂਰਤੀ ਇੱਕ ਪ੍ਰਤੀਕ ਹੋਏ ਸੁਣਨ ਦਾ ਪ੍ਰਤੀਕ ਹੋਏ। ਅਤੇ ਬਹੁਤ ਸਾਰੇ ਮੂਰਤੀਕਾਰ ਜਿੰਨੇ ਕੁ ਵੀ ਸਨ ਉਹਦੇ ਦਰਬਾਰ ਦੇ, ਕੋਈ ਮੂਰਤੀ ਦੇ ਕੰਨ ਵੱਡੇ ਬਣਾਏ, ਕੋਈ ਕਿਵੇਂ ਬਣਾਏ, ਕੋਈ ਕਿਵੇਂ ਬਣਾਏ। ਰਾਜਾ ਕਹਿੰਦਾ ਹਜੇ ਗੱਲ ਨਹੀਂ ਪਕੜ ਦੇ ਵਿੱਚ ਆਈ, ਇਕੱਲਾ ਬਾਹਰ ਦਾ ਦਿਖਾਵਾ, ਬਾਹਰ ਦਾ ਸੁਣਨਾ ਨਹੀਂ ਹੁੰਦਾ, ਜਿਹਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਕਿ ਬਾਹਰੋਂ ਸੁਣ ਲੈਣਾ, ਸੁਣਨਾ ਨਹੀਂ ਹੁੰਦਾ। ਅਸੀਂ ਅਸਲ ਦੇ ਵਿੱਚ ਪੰਜਾਬੀ ਦੀ ਕਹਾਵਤ ਹੈ ਕਿ 1-2 ਵਾਰ ਜਦ ਅਸੀਂ ਆਪਣੇ ਬੱਚਿਆਂ, ਆਪਣੇ ਔਲਾਦ, ਆਪਣੇ ਛੋਟੇ ਨੂੰ ਜਾਂ ਵੱਡੇ ਨੂੰ ਗੱਲ ਕਹੀਏ ਕਿ ਉਹ ਜੇ ਗੱਲ ਨਾ ਕਰੇ, ਫਿਰ ਅਸੀਂ ਕਹਿੰਦੇ ਤੂੰ ਸੁਣਦਾ ਨਹੀਂ। ਉਹਦੇ ਸੁਣਨ ਦੇ ਵਿੱਚ ਕਿ ਸੁਣਨਾ ਨਹੀਂ, ਸੁਣ ਤੇ ਉਹਨੇ ਲਿਆ, ਪਰ ਉਸ ਸੁਣਨ ਦੇ ਅੰਦਰ ਇੱਕ ਰਮਜ਼ ਪਈ ਹੋਈ ਹੈ, ਜਿਹੜੀ ਸਾਡੀ ਆਮ ਪੰਜਾਬੀ ਬੋਲੀ ਦੀ ਕਹਾਵਤ ਹੈ, ਤੂੰ ਸੁਣਦਾ ਨਹੀਂ। ਇਹਦਾ ਮਤਲਬ ਤੂੰ ਸੁਣ ਕੇ ਮੰਨਿਆ ਨਹੀਂ ਅਜੇ। ਇਹਨੂੰ ਹੀ ਗੁਰੂ ਨਾਨਕ ਸਾਹਿਬ ਸਿੱਧੇ ਲਫ਼ਜ਼ਾਂ ਦੇ ਵਿੱਚ ਕਹਿੰਦੇ ਆ ਕਿ ਸੁਣਨਾ ਹੋਰ ਹੈ। ਉਸ ਰਾਜੇ ਦੇ ਦਰਬਾਰ ਦੇ ਵਿੱਚ ਫਿਰ 3 ਬਹੁਤ ਦੂਰੋਂ ਤੁਰ ਕੇ ਬਹੁਤ ਵੱਡੇ ਮੂਰਤੀਕਾਰ ਸੱਦੇ ਗਏ। ਕਹਿੰਦੇ ਜੀ ਫਿਰ ਸ਼ਾਇਦ ਰਾਜਾ ਜੀ ਤੁਹਾਡੇ ਮਨ ਦੀ ਜਿਹੜੀ ਅਵਸਥਾ ਹੈ ਇਹ ਪ੍ਰਗਟ ਕਰ ਸਕਣ ਮੂਰਤੀ ਦੇ ਰੂਪ ਦੇ ਵਿੱਚ। ਅਤੇ ਰਾਜਾ ਕਹਿੰਦਾ ਚਲੋ ਠੀਕ ਹੈ ਭਾਈ, ਇਹਨਾਂ 3 ਨੂੰ ਮੈਂ ਅਰਬਾਂ ਖਰਬਾਂ ਰੁਪਏ ਦੀ ਦੌਲਤ ਦੇ ਦਾਂਗਾ ਜੇ ਇਹਨਾਂ ਵਿੱਚੋਂ ਕੋਈ ਇੱਕ ਮੂਰਤੀ ਬਣਾ ਦੇ ਜਿਹੜਾ ਸੁਣਨ ਦਾ ਪ੍ਰਤੀਕ ਹੋਏ। ਉਹ ਸਮਝ ਗਏ ਕਿ ਇਹ ਰਾਜਾ ਉਹ ਸੁਣਨ ਭਾਵ, ਕਿਉਂਕਿ ਮੂਰਤੀਆਂ ਦੇਖ ਲਈਆਂ, ਵੱਡੇ ਵੱਡੇ ਕੰਨਾਂ ਵਾਲੀ ਵੀ ਪਈਆਂ, ਕੋਈ ਕਿਵੇਂ, ਕੋਈ ਕਿਸੇ ਦੇ ਕਿੰਨੇ ਤਿੱਖੇ ਕੰਨ ਬਣਾਏ, ਕਿਸੇ ਨੇ ਕਿਵੇਂ ਬਣਾਏ, ਕਿਸੇ ਨੇ ਮੂੰਹ ਨਿੱਕਾ ਜਿਹਾ ਬਣਾਤਾ ਅਤੇ ਕੰਨ ਬੜੇ ਵੱਡੇ ਬਣਾਤੇ। ਪਰ ਨਹੀਂ, ਉਹ ਜਦ ਉਹਨਾਂ ਨੇ ਤਿੰਨੋਂ ਮੂਰਤੀਆਂ ਬਿਲਕੁਲ ਆਮ ਬਣਾਈਆਂ, ਪਰ ਕੰਨਾਂ ਦੇ ਵਿੱਚ ਛੇਕ ਬਣਾਤੇ। ਹੁਣ ਰਾਜੇ ਨੇ ਦੇਖਿਆ ਕਿ ਕੁਝ ਗੱਲ ਇਹਨਾਂ ਨੂੰ ਪਕੜ ਵਿੱਚ ਆਈ ਹੈ। ਤਿੰਨੋਂ ਮੂਰਤੀਆਂ ਦੇ ਵਿੱਚ ਛੇਕ ਸੀ ਕੰਨਾਂ ਦੇ ਵਿੱਚ। ਉਹਨੇ ਡੱਕਾ ਮੰਗਵਾਇਆ, ਜਿਹਨੂੰ ਅਸੀਂ ਕਹਿੰਦੇ ਤੀਲਾ ਲੰਬਾ। ਉਹਨੇ ਤੀਲਾ ਮੰਗਵਾਇਆ, ਜਿਹੜਾ ਪਹਿਲਾ ਮੂਰਤੀਕਾਰ ਸੀ ਉਹਦੀ ਮੂਰਤੀ ਮੰਗਵਾ ਕੇ ਉਹਦੇ ਕੰਨ ਵਿੱਚ ਡੱਕਾ ਮਾਰਿਆ ਅਤੇ ਉਹ ਡੱਕਾ ਰੁਕ ਗਿਆ, ਅੱਗੇ ਨਹੀਂ ਗਿਆ। ਉਹਨੇ ਕਿਹਾ ਨਹੀਂ, ਇਹ ਵੀ ਨਹੀਂ, ਇਹ ਵੀ ਫੇਲ ਹੈ, ਇਹ ਨਹੀਂ, ਇਹ ਨਹੀਂ ਸੁਣ ਸਕਦੇ। ਉਹਨੇ ਦੂਸਰੀ ਮੂਰਤੀਕਾਰ ਦੀ ਮੂਰਤੀ ਮੰਗੀ, ਉਹਦੇ ਵੀ ਕੰਨ 'ਚ ਛੇਦ ਸੀ, ਦੋਨੋਂ ਪਾਸੇ ਸੀ। ਉਹਨੇ ਡੱਕਾ ਪਾਇਆ, ਇੱਕ ਪਾਸਿਓਂ ਪਾਇਆ ਅਤੇ ਦੂਸਰੇ ਪਾਸਿਓਂ ਨਿਕਲ ਗਿਆ। ਉਹਨੇ ਕਿਹਾ ਨਹੀਂ, ਇਹ ਵੀ ਨਹੀਂ। ਤੀਸਰੀ ਮੂਰਤੀਕਾਰ ਦੀ ਜਦ ਮੂਰਤੀ ਉਹਦੇ ਸਾਹਮਣੇ ਰੱਖੀ ਗਈ, ਉਹਦੇ ਵੀ ਕੰਨਾਂ 'ਚ ਛੇਕ ਸੀ ਦੋਨੋਂ ਪਾਸੇ, ਪਰ ਜਦ ਉਹਨੇ ਇੱਕ ਕੰਨ 'ਚ ਤੀਲਾ ਪਾਇਆ, ਡੱਕਾ ਪਾਇਆ, ਅਤੇ ਉਹ ਅੰਦਰ 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 ਜਾਣਾ ਸ਼ੁਰੂ ਹੋ ਗਿਆ। ਉਹਨੇ ਕਿਹਾ ਇਹ ਹੈ ਸੁਣਨ ਦੀ ਪ੍ਰਤੀਤ,
कि जिहड़ा सुन के एक तो ऐसा है जिहड़ा कंन दे बोला ही है, बिल्कुल सुनदा ही नहीं, जिन्हों पता ही नहीं लगता कि जिहदे अंदर चीज़ ही नहीं जाती। एक तो कहंदा ना कि बंदा सुन ही लए, कहंदे ਉਹ ਤੇ ਕੰਨ ਤੇ ਜੂੰ नहीं सरकदी। दूसरे ऐसे ने एक ਕੰਨ तो सुनिया तो ठा करके दूजे तो कढ़ दिता कि कोई फर्क ही नहीं पिया, सुनिया तो कढ़ता। पर एक वो है जिन्हें सुन के वसा लिया। ये सुनना है जिन्हें सुन के वसा लिया। राजा कहंदा हाँ, असल दे विच सुनन दी प्रतीत ये है कि जिहड़ा सुन के हिरदे विच वसा ले। पर कोई विरला वसाउंदा है, कोई विरला इस धरती ते है वसाउण वाला। सुनिया ईश्वर ब्रह्मा इंद, सुनिया कि सुनन दे नाल ईश्वर, ईश्वर नूं शिव किया, ब्रह्मा। हुण ब्रह्मा लफ्ज़ है, असी जे ब्रह्मा ही पढ़ांगे ब्रह्मा देश भी हो जाएगा। पानी गेड़न वाले जिहड़े नलके हुंदे सन हत्थ नाल, उहनूं भी ब्रह्मा कहा जांदा सी पुराने च। पर ये ब्रह्मा है, इहनूं ध्यान नाल रारे ते थोड़ा जिहा अदक पा के ब्रह्मा ही पढ़ो, ब्रह्मा। हाँ जी, सुनिया ईश्वर ब्रह्मा इंद, ईश्वर शिव ब्रह्मा जी ते इंद्र जी, जिन्हों इंद्र देवतियां दा राजा किया है। सुनन दे नाल देवतियां वाली अवस्था जिन्हों क्या है, बलहारी गुर आपणै देवहारी सदवार जिन मानस ते देवते किए। ये अवस्थावां प्राप्त होणगियां। सुनिया मुख सलाहण मंद, ये बहुत सारे अर्थ किए हुए ने। कई विद्वानां ने मुख दे अर्थ किए ने, मुखी हो जाते हैं जिहड़े सलाहण सलाउंदे ने उस पार ब्रह्म परमेश्वर नूं। प्रोफैसर सहब सिंह ने ये अर्थ किए है, सुनिया मुख सलाहण मंद। सलाहण कहते सिफ सलाह, मंद का मतलब किया है मंदे लोग, जिहड़े मंदे भी होंदे आ, मंदे कर्म भी करते हैं, वो भी सलाउण दे नाल मुखी हो जाते हैं। तो संप्रदाय टीके वाले अर्थ करते हैं मुख मूँह दे नाल सलाउण, सिफत सलाउण, सलाहण मंद दे अर्थ इकट्ठे किए ने। सलाहण वाले, मंद का मतलब है वाले। सो ये अर्थ कोई भी कर लो। प्रोफैसर सहब सिंह वाले भी अर्थ पकड़ लिए कि मूर्ख उस प्रभु की सिफत सलाह नूं सुनन दे नाल ते बोलण दे नाल मुखी हो जाते हैं, उचेरे हो जाते, पंच प्रमाण पंच प्रदान। सुनिया मुख सलाहण मंद, सलाहण मंद सलाहण वाले मुखी हो जाते हैं। मुख का मतलब मुखी हो जाते हैं, आगू हो जाते हैं। अगे सरवण करो जी जी। सुने जोग जुगत तन भेद, सुने शास्त्र सिमृत वेद। सुनन दे नाल जोग, जोग दियां जुगतियां मिल जांदियां। जिहड़े जोग साधना हज़ारां हज़ारां साल, कई कई 100 साल ला के रिधियां सिद्धियां ते शरीर दे भेद नूं लभण चलदे है। गुरु नानक साहब कहते आत्मक ध्यान की अवस्था दे विच शरीर ते जोगियां दे सारे भेद एक सिख प्राप्त कर सकता है। एक जिग्यासु सहज अवस्था दे विच ही जोगियां दे सारे भेदां नूं प्राप्त कर सकता है। जिन्ना कुछ है, भावें वो ध्यान है मन का, भावें वो दसम द्वार की खोजी है, भावें वो नाभि का, जां 7 चक्कर है शरीर दे, जां खट चक्करां दा खुल जाना, जां कुंडलनी सर्जित कर लेना, ये सारे जुगती ने, जोग दियां जुगतियां ने। ये तन दे भेद ने, पर ये मन दे भेद नहीं। तन दे भेद महाराज जी ने यह कहा कि ये तो बड़ी छोटी अवस्था है, ये कोई बहुत वड्डी अवस्था काउंट नहीं की। महाराज कहते आत्म ध्यान नाल ये तो बड़ी, जेड़े जोगी हज़ारां साल तो तुरे हुए ने, किसी नूं दसदे नहीं। ये अवस्था तो एक सुनन वाला, आत्म ध्यान करन वाला, जोग जुगत तन भेद, तन दे नन्ने नूं सियारीआ, तन दे अंदर दे भेद ते जोग जुगतियां नूं जान लैंदा है। सुनिया शास्त्र सिमृत वेद, सिमृत मां नूं सियारी है ते इनू शास्त्र ही पढ़ना है। असी बहुत ज़्यादा सुनते हैं कि इनू साथ सत पढ़िया जाता है, असी बहुत गलत पढ़ रहे हैं। ये उच्चारण भाई साहब ने हुणे कीता है। सुनिया शास्त्र, ये शास्त्र तो बनिया, शास्त्र जिन्हों असी कहने हैं। सिमृत शास्त्र पुन पाप विचार दे तत्ते हुण तत्ते सार ना जानी, भाव तत्त की गल नहीं जानी, पर इनू साथ सत नहीं पढ़ना। साथ सत का अर्थ बिल्कुल किसी भाव की टुकेगा नहीं। साथ सत नहीं है शास्त्र, शास्त्र या शास्त्र, बिंदी ला के पढ़ोगे तो अर्थ स्पष्ट ने। सुनिया शास्त्र सिमृत वेद, शास्त्रां दी सोजी, क्योंकि 6 शास्त्र ने। क्यों केड़े ने 6 शास्त्र ने? पतंजल है, मीमांसा है, वेदांत है, ये सारे शास्त्र ने। सिमृत 27 सिमृतियां ते 4 वेद, इन्हां दा ज्ञान ही आत्म ध्यान दे विचों, जो इन्हां दे अंदर तत्त दी गल लिखी है,
ਆਤਮ ਧਿਆਨ ਦੀ ਗੱਲ ਲਿਖੀ ਹੈ, ਉਹ ਬਿਨਾਂ ਪੜ੍ਹੇ ਵੀ ਆਤਮ ਧਿਆਨ ਵਿੱਚ ਜੁੜਿਆਂ ਇਹ ਪ੍ਰਾਪਤ ਕੀਤਾ ਜਾ ਸਕਦਾ ਹੈ ਜੀ। ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ਼। ਨਾਨਕ ਦਾ ਕੱਕਾ ਮੁਕਤਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਿਚਾਰ ਦੱਸ ਰਹੇ ਨੇ, ਆਖ ਰਹੇ ਨੇ, ਸਮਝਾ ਰਹੇ ਨੇ। ਨਾਨਕ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਬਖਸ਼ਿਸ਼ ਕਰਦੇ, ਭਗਤਾਂ ਸਦਾ ਵਿਗਾਸ। ਜੇ ਹਜੇ ਅੰਦਰ ਵਿਗਾਸ ਨਹੀਂ ਪੈਦਾ ਹੋਇਆ ਤੇ ਫਿਰ ਮਹਾਰਾਜ ਕਹਿੰਦੇ ਹਜੇ ਆਤਮ ਗਿਆਨ ਦੀ ਸੋਝੀ ਪ੍ਰਾਪਤ ਨਹੀਂ ਹੋਈ, ਸੁਣਿਆ ਨਹੀਂ ਹੈ। ਭਗਤਾਂ ਦੇ ਅੰਦਰ ਸੁਣ ਕੇ ਵਿਗਾਸ, ਆਤਮ ਧਿਆਨ 'ਚ ਵਿਗਾਸ ਪੈਦਾ ਹੁੰਦਾ ਹੈ। ਇਹੀ ਨਾਮ ਅੰਦਰ ਦੁੱਖਾਂ ਦਾ, ਪਾਪਾਂ ਦਾ ਨਾਸ਼ ਕਰਦਾ ਹੈ ਜੀ। ਸੁਣੈ ਸਤ ਸੰਤੋਖ ਗਿਆਨ, ਸੁਣੈ 68 ਕਾ ਇਸ਼ਨਾਨ। ਸੁਣਨ ਦੇ ਨਾਲ ਅੰਦਰ ਸਤ ਬਿਲਕੁਲ ਆਤਮ ਸੱਚਾ ਗਿਆਨ ਜਿਹੜਾ ਸਤ ਅਡੂਲ, ਜਿਹੜਾ ਸਤ ਨਾਮ ਹੈ, ਜਿਹਨੂੰ ਸਤ ਆਚਾਰ ਵਾਲਾ ਜੀਵਨ ਕਿਹਾ, ਜਿਸ ਜੀਵਨ 'ਚ ਰੰਚਕ ਮਾਤਰ ਵੀ ਦਾਗ ਨਹੀਂ ਹੁੰਦਾ, ਬਿਲਕੁਲ ਸਤੀਆਂ ਵਾਲਾ ਜੀਵਨ, ਬਿਲਕੁਲ ਐਸਾ ਜੀਵਨ ਜਿਸ ਜੀਵਨ 'ਚ ਬਿਲਕੁਲ ਦਾਗ ਨਹੀਂ ਹੈ ਵਿਕਾਰਾਂ ਦਾ, ਬੇਦਾਗ ਜੀਵਨ। ਇਸ ਆਤਮ ਧਿਆਨ ਦੇ ਨਾਲ ਜੀਵਨ ਬੇਦਾਗ ਬਣਦਾ ਹੈ, ਜੀਵਨ ਦੇ ਅੰਦਰ ਸੰਤੋਖ ਪੈਦਾ ਹੁੰਦਾ ਹੈ। ਕਿਉਂਕਿ ਸੱਚ ਤੇ ਇਹ ਹੈ, ਬਿਨਾਂ ਸੰਤੋਖ ਨਹੀਂ ਕਉ ਰਾਜੇ। ਸੰਤੋਖ ਤੋਂ ਬਿਨਾਂ ਕੋਈ ਵੀ ਰਜਿਆ ਨਹੀਂ ਹੈ। ਰਾਜੇ ਦਾ ਮਤਲਬ ਪਾਤਸ਼ਾਹ, ਮੀਰ ਨਹੀਂ। ਰਾਜੇ ਦਾ ਮਤਲਬ ਰੱਜ ਨਹੀਂ ਹੈ। ਕਿਉਂ? ਜੇ ਸਤਿਗੁਰੂ ਜੀ ਦੀ ਬਖਸ਼ਿਸ਼ ਹੋ ਜਾਏ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਰੱਜਿਆ ਹੋਇਆ। ਜੇ ਸੰਤੋਖ ਪੈਦਾ ਹੋ ਜਾਏ ਤੇ ਭੁੱਖ ਦੇ ਵਿੱਚ ਵੀ ਰੱਜ ਹੈ ਜੀ। ਸਬਰ ਸੰਤੋਖ ਹੈ। ਐਵੇਂ ਥੋੜ੍ਹੀ ਗੁਰੂ ਕੇ ਸਿੱਖਾਂ ਦੇ ਅੰਦਰ ਸੰਤੋਖ ਦਾ ਸਿਖਰ ਸੀ। ਭੁੱਖੇ ਰਹਿ ਕੇ ਵੀ, ਘੁੰਗਣੀਆਂ ਛੋਲੇ ਉਹਨਾਂ ਨੂੰ ਬਦਾਮ ਕਹਿ ਕੇ ਵੀ, ਘੋੜਿਆਂ ਦੀ ਕਾਠੀਆਂ 'ਤੇ ਸਵਾਰ ਹੋ ਕੇ ਵੀ ਕਹਿੰਦੇ ਸੀ ਰੱਜੇ ਹੋਏ ਹਾਂ, ਬਿਲਕੁਲ ਐ ਆਨੰਦਿਤ ਹਾਂ, ਰੱਜ ਹੈ ਸਾਨੂੰ। ਹੁਣ ਇਹ ਰੱਜ ਗੁਰਸਿੱਖਾਂ ਵਿੱਚ ਹੋਣਾ ਬੜਾ ਜ਼ਰੂਰੀ ਹੈ। ਅੱਜ ਦੇ ਜੀਵਨ ਦੇ ਵਿੱਚ ਬਹੁਤ ਰੁਕ ਕੇ ਵਿਚਾਰਨ ਵਾਲੀਆਂ ਇਹ ਪੰਕਤੀਆਂ ਨੇ, ਸੰਤੋਖ ਵਾਲੀਆਂ, ਸਬਰ ਵਾਲੀਆਂ, ਗਿਆਨ ਵਾਲੀਆਂ, ਕਿ ਕਿਵੇਂ ਸਾਡੇ ਅੰਦਰ ਸੰਤੋਖ ਪੈਦਾ ਹੋਏ, ਕਿਵੇਂ ਸਾਡੇ ਅੰਦਰ ਸਬਰ। ਕਿਉਂਕਿ ਮੈਟਰਲਿਸਟਿਕ ਜੀਵਨ, ਮੈਟਰਲਿਸਟਿਕ ਵਰਡ ਸਾਡੇ ਅੰਦਰ ਦੇ ਕੰਟੈਂਟਮੈਂਟ ਨੂੰ ਖਾ ਚੁੱਕਿਆ। ਵੀ ਆਰ ਨਾਟ ਕੰਟੈਂਟਡ, ਵੀ ਆਰ ਡਿਸਕੰਟੈਂਟਡ ਪੀਪਲ। ਸੱਚ ਇਹ ਹੈ ਸਮੇਤ ਮੇਰੇ, ਕਿਸੇ ਵੀ ਚੀਜ਼ ਵਿੱਚੋਂ ਸਾਨੂੰ ਅੰਤਿਮ ਜਿਹੜਾ ਸੱਚ, ਸੈਟਿਸਫੈਕਸ਼ਨ, ਹੈਪੀਨੈਸ, ਉਹ ਗਵਾਚ ਗਿਆ। ਜਿਹਨੂੰ ਇਕੁਇਪੋਇਜ਼ ਆਖਿਆ, ਜਿਹਨੂੰ ਬੜੇ ਸਾਰੇ ਬੈਟੀਟਿਊਡ ਵੀ ਆਖਿਆ, ਬੜੇ ਸਾਰੇ ਸਿਨੋਨੀਮਸ ਤੁਹਾਨੂੰ ਮਿਲਣਗੇ ਕੰਟੈਂਟਮੈਂਟ ਦੇ। ਭਾਵੇਂ ਹੈਪੀਨੈਸ ਆਖੋ, ਬੈਟੀਟਿਊਡ ਆਖੋ, ਇਹਨੂੰ ਇਕੁਇਲਿਬਰੀਅਮ ਆਫ ਮਾਈਂਡ ਆਖੋ, ਇਕੁਇਪੋਇਜ਼ ਆਖਿਓ, ਇਹਨੂੰ ਬੜੇ ਸਾਰੇ। ਅਫੀਜ਼ਮੈਂਟ ਵੀ ਲਫ਼ਜ਼ ਵਰਤਿਆ ਜਾਂਦਾ ਹੈ ਕਿ ਹਾਂ, ਜਦ ਸਾਡਾ ਮਨ ਲੜਦਾ ਨਹੀਂ ਕਿਸੇ ਚੀਜ਼ ਲਈ, ਕਲੇਸ਼ ਨਹੀਂ ਕਰਦਾ ਸਾਡੇ ਨਾਲ ਹੀ, ਖਿੱਚੋ ਤਾਣ ਨਹੀਂ, ਅਪੀਜ਼ਮੈਂਟ ਐਨ ਪੀਸ ਦੇ ਵਿੱਚ ਆ ਗਿਆ। ਮਹਾਰਾਜ ਕਹਿੰਦੇ ਅੱਜ ਦੇ ਸਮੇਂ ਦੇ ਵਿੱਚ ਸਾਡਾ ਸਾਰਿਆਂ ਦਾ ਮਨ ਬੇਚੈਨ ਹੈ। ਪਰ ਜਦ ਆਤਮਿਕ ਧਿਆਨ 'ਚ ਜੁੜਨਾ, ਔਰ ਦੁਨੀਆ ਦੇ ਜਿੰਨੇ ਪ੍ਰਾਪਤ ਪਦਾਰਥਾਂ ਨੂੰ ਇਕੱਠੇ ਕਰ ਲਓ, ਬੰਨਾ ਪੁਰੀਆਂ ਭਾਰ ਵੀ ਇਕੱਠੇ ਕਰ ਲਓ, ਫਿਰ ਵੀ ਮਹਾਰਾਜ ਕਹਿੰਦੇ ਇਹ ਸੰਤੋਖ ਨਹੀਂ। ਸੰਤੋਖ ਆਤਮ ਧਿਆਨ ਵਿੱਚੋਂ ਆਏਗਾ। ਟਿਕ ਕੇ ਸੁਣਨਾ ਪਏਗਾ, ਆਤਮਿਕ ਸਹਿਜ ਧਿਆਨ ਦੇ ਵਿੱਚ ਚੌਕੜਾ ਲਾ ਕੇ ਬਹਿਣਾ ਪਏਗਾ, ਗੁਰੂ ਦੇ ਸ਼ਬਦ ਨੂੰ ਅੰਦਰ ਟਿਕਾਉਣਾ ਪਏਗਾ, ਤਾਂ ਅੰਦਰ ਸੰਤੋਖ ਪੈਦਾ ਹੋਏਗਾ। ਪ੍ਰਭੂ ਪ੍ਰਾਪਤੀ ਦੀ ਨਿਸ਼ਾਨੀ ਹੈ ਕਿ ਪ੍ਰਭ ਮਿਲਣਾ, ਕਿ ਇਹ ਹੈ ਨਿਸ਼ਾਨੀ। ਮਨ ਇੱਕੋ ਸੱਚਾ ਸ਼ਬਦ ਪਛਾਣੀ। ਕੀ ਹੋਏਗਾ? ਸਹਿਜ ਸੰਤੋਖ। ਸਹਿਜ ਤੇ ਸੰਤੋਖ ਗੁਰੂ ਦੇ ਸ਼ਬਦ ਵਿੱਚੋਂ ਪ੍ਰਾਪਤ ਹੋਣਗੇ। ਸਹਿਜ ਸੰਤੋਖ ਸਦਾ ਤ੍ਰਿਪਤਾਸੈ, ਆਨੰਦ ਖਸਮ ਕੈ ਭਾਣਾ ਜੀਓ। ਫਿਰ ਉਹਦਾ ਭਾਣਾ, ਸੰਤੋਖ ਭਾਣੇ ਨਾਲ ਜੁੜਿਆ ਹੋਇਆ। ਜਦ ਅਸੀਂ ਉਸ ਭਾਣੇ ਨੂੰ ਕਬੂਲ ਕਰਦੇ ਹਾਂ ਨਾ, ਫਿਰ ਤਾਈਓਂ ਅਸੀਂ ਸੰਤੋਖੀ ਹੋ ਸਕਦੇ ਹਾਂ। ਜੇ ਭਾਣੇ ਨੂੰ ਕਬੂਲ ਨਹੀਂ ਕੀਤਾ, ਫਿਰ ਸੰਤੋਖੀ ਨਹੀਂ ਹੋਏ। ਜੇ ਸੰਤੋਖੀ ਨਹੀਂ ਹੋਏ, ਫਿਰ ਉਹਦੀ ਰਜ਼ਾ 'ਚ ਰਾਜ਼ੀ ਕਿਵੇਂ ਰਵਾਂਗੇ? ਸੁਣਿਆ ਸਤ ਸੰਤੋਖ ਗਿਆਨ, ਤੇ ਗਿਆਨ ਦੀ ਅਵਸਥਾ ਮਿਲਦੀ ਹੈ। ਇੱਥੋਂ ਹੀ ਸ਼ੁਰੂਆਤ ਹੈ, ਭਾਵ ਕਿ ਜੀਵਨ ਦੀ, ਸਿੱਖ ਦੇ ਜੀਵਨ ਦੀ, ਤੇ ਅੰਤਮ ਵੀ, ਸਿਖਰ ਵੀ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਸੰਤ ਸੰਤੋਖ ਗਿਆਨ ਸੁਣਨ ਦੇ ਨਾਲ ਆਤਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਸੁਣਿਆ 68, 8, 60, 60 ਦਾ ਮਤਲਬ 60, 8 ਦਾ ਮਤਲਬ 8, 60 + 8 68। 68 ਤੀਰਥਾਂ ਦਾ ਇਸ਼ਨਾਨ
ਅੰਤਰ ਗਿਆਨ ਦੀ ਪ੍ਰਾਪਤੀ, ਅੰਤਰ ਧਿਆਨ ਦੀ ਪ੍ਰਾਪਤੀ ਨਾਲ ਹੁੰਦਾ ਹੈ। ਸੁਣਿਆ 68 ਕਾ ਇਸ਼ਨਾਨ। ਸੁਣੈ ਪੜ ਪੜ ਪਾਵਹਿ ਮਾਨ, ਸੁਣੈ ਲਾਗੈ ਸਹਿਜ ਧਿਆਨ। ਇੱਕ ਬੰਦੇ ਨੇ ਸਾਰੀ ਉਮਰ ਪੜਨ ਦੇ ਵਿੱਚ ਲਾਤੀ, ਪਰ ਜਦ ਕੋਈ ਜਿਗਿਆਸੂ ਇੱਕ ਖਿਣ ਆਤਮ ਧਿਆਨ ਵਿੱਚ ਜੁੜਿਆ, ਇੱਕ ਨੇ ਸਾਰੀ ਉਮਰਾਂ ਲਾਤੀਆਂ ਪੜਨ ਵਿੱਚ, ਉਹਨੇ ਆਤਮ ਧਿਆਨ ਦੇ ਵਿੱਚ ਉਹ ਹਾਸਲ ਕਰ ਲਿਆ ਜਿਹੜਾ ਕੁਝ ਇੱਕ ਨੇ ਸਾਰੀ ਉਮਰ ਪੜ ਕੇ ਹਾਸਲ ਕੀਤਾ। ਇਹਦਾ ਮਤਲਬ ਕਿ ਜੋ ਪ੍ਰਾਣੀ ਨਿਸ ਦਿਨ ਧਿਆਵੈ, ਪੜਿਆ ਅਨਪੜਿਆ ਪਰਮਗਤ ਪਾਵੈ। ਇਹ ਨਿਸ ਦਿਨ ਧਿਆਨ ਦਾ ਜਿਹੜਾ ਇਹਨੂੰ ਇਸ ਰੂਪ 'ਚ ਲੈ ਕੇ ਤੁਰਦਾ, ਉਹੀ ਹੈ ਕਿ ਸੁਣਦਾ ਨਹੀਂ ਤੂੰ, ਇਹਦਾ ਮਤਲਬ ਮੰਨ ਲੈਣਾ, ਇਸ ਮਾਰਗ ਤੇ ਤੁਰ ਪੈਣਾ। ਸੁਣਿਆ ਪੜ ਪੜ ਪਾਵਹਿ ਮਾਨ, ਪੜ ਕੇ ਜਿਹੜਾ ਮਾਣ ਕੋਈ ਪ੍ਰਾਪਤ ਕਰਦਾ ਹੈ, ਇੱਕ ਆਤਮ ਧਿਆਨ 'ਚ ਜੁੜਿਆ ਹੋਇਆ, ਉਹ ਬੜਾ ਛੇਤੀ ਮਾਣ ਵੀ ਹਾਸਲ ਵਿਦਿਆ ਦਾ ਪ੍ਰਾਪਤ ਕਰਦਾ ਹੈ ਜੀ। ਸੁਣਿਆ ਲਾਗੈ ਸਹਿਜ ਧਿਆਨ। ਹੁਣ ਇਹ ਸਹਿਜ ਧਿਆਨ ਕੀ ਹੈ? ਇੱਥੇ ਦੇਖੋ, ਇਸੀ ਗਿਆਨ, ਇਸੀ ਟਿਕਾ ਦੇ ਵਿੱਚ ਇਸ ਸੁਣਿਆ ਨੂੰ ਆਤਮ ਟਿਕਾ ਕਿਹਾ ਹੈ, ਅੰਦਰ ਦਾ ਟਿਕਣਾ ਕਿਹਾ ਹੈ, ਗੁਰੂ ਦੀ ਗੱਲ ਮੰਨ ਕੇ ਮਨ ਨੂੰ ਟਿਕਾਉਣ ਦਾ ਯਤਨ ਕਿਹਾ। ਔਰ ਇਸ ਯਤਨ ਦੇ ਵਿੱਚ ਜਦ ਸਹਿਜ ਧਿਆਨ ਪੈਦਾ ਹੁੰਦਾ ਹੈ, ਸਹਿਜ ਧਿਆਨ ਦੀ ਉਹ ਅਵਸਥਾ ਜਿਹੜੀ ਪਿੱਛੇ ਪੜ੍ਹ ਕੇ ਆਇਆ, ਉਹ ਸਿੱਖ ਜੋਗੀ ਵੀ ਹੈ, ਜੰਗਮ ਵੀ ਹੈ, ਸੰਨਿਆਸੀ ਵੀ ਹੈ, ਨਾਥ ਵੀ ਹੈ, ਤਪੀ ਵੀ ਹੈ, ਉਹ ਪੜ੍ਹਿਆ ਹੋਇਆ ਵੀ ਹੈ, ਉਹ ਗੁੜਿਆ ਹੋਇਆ ਵੀ, ਉਹ ਗਿਆਨੀ ਵੀ ਹੈ, ਉਹ ਈਸ਼ਰ ਬ੍ਰਹਮਾ ਇੰਦ ਵੀ ਹੈ। ਇਹਨੂੰ ਸਹਿਜ ਰੂਪ 'ਚ ਜਿਹੜੀ ਅਵਸਥਾ ਜਤੀਆਂ ਸਤੀਆਂ ਨੇ ਹਟ ਕਰ ਕੇ ਪ੍ਰਾਪਤ ਕਰਨੀ ਹੈ, ਇੱਕ ਗੁਰੂ ਕਾ ਸਿੱਖ ਗੁਰੂ ਦੇ ਸ਼ਬਦ ਦੀ ਗੱਲ ਨੂੰ ਹਿਰਦੇ ਵਿੱਚ ਟਿਕਾ ਕੇ ਸਹਿਜ ਧਿਆਨ ਬਿਲਕੁਲ ਪ੍ਰਾਪਤ ਕਰ ਸਕਦਾ ਹੈ। ਉਹ ਧਿਆਨ ਜਿਹੜਾ ਵਾਸ਼ਨਾਵਾਂ ਦੇ ਵਿੱਚ ਕਦੀ ਖਚਿਤ ਨਹੀਂ ਹੁੰਦਾ, ਜਿਹੜੇ ਸਾਰੇ ਵਾਸ਼ਨਾ ਦੇ ਹਮਲੇ ਕਰਨ ਵਾਲੇ ਦਰਵਾਜ਼ੇ ਨੇ, ਉਹਨੂੰ ਮਨ ਭੇੜ ਦਿੰਦਾ ਹੈ। ਗੁਰ ਦਿਖਲਾਈ ਮੋਰੀ ਜਿਤ ਮਿਰਗ ਪਰਤ ਹੈ ਚੋਰੀ, ਮੂੰਦ ਲੀਏ ਦਰਵਾਜ਼ੇ ਬਾਜੀ ਲੈ ਅਨਹਦ ਬਾਜੇ। ਉਹ ਵਿਕਾਰਾਂ ਵਾਲੇ ਦਰਵਾਜ਼ੇ ਬੰਦ ਹੋ ਜਾਂਦੇ ਨੇ। ਇਹਨੂੰ ਸੁਣਿਆ ਲਾਗੈ ਸਹਿਜ ਧਿਆਨ, ਉਸ ਗੁਰੂ ਦੀ ਗੱਲ ਨੂੰ ਸੁਣਨ ਦੇ ਨਾਲ ਸਹਿਜ ਧਿਆਨ ਟਿਕਦਾ ਹੈ ਜੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ਼। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਭਗਤਾਂ ਦੇ ਹਿਰਦੇ 'ਚ ਵਿਗਾਸ ਪੈਦਾ ਹੁੰਦਾ ਹੈ। ਕਿਹਦੇ ਨਾਲ? ਦੁਖ ਪਾਪ ਕਾ ਨਾਸ਼। ਇਹ ਨਾਸ਼ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਨੂੰ ਸੁਣਨ ਨਾਲ। ਸਹਿਜ ਧਿਆਨ ਦੀ ਅਵਸਥਾ ਇੱਕ ਹੋਰ ਸੁਣੋ। ਧੰਨ ਗੁਰੂ ਨਾਨਕ ਸਾਹਿਬ ਨੂੰ ਭੂਤਨਾ ਬਿਤਾਲਾ ਬੋਲਣ ਵਾਲੇ ਬਹੁਤ ਨੇ, ਬਹੁਤ ਮਾੜਾ ਬਹੁਤ ਕੌੜਾ ਬਚਨ ਵਾਲੇ ਵੀ ਸਨ। ਗੁਰੂ ਸਾਹਿਬ ਨੂੰ ਕੀ ਕੁਛ ਨਹੀਂ ਬੋਲਿਆ। ਤੇ ਭਾਈ ਮਰਦਾਨਾ ਜੀ ਅਕਸਰ ਕਹਿੰਦੇ ਸੀ, ਸੱਚੇ ਪਾਤਸ਼ਾਹ ਮੇਰਾ ਮਨ ਤੇ ਇਉਂ ਕਰਦਾ ਹੈ ਕਿ ਇਹਨਾਂ ਨਾਲ ਮੈਂ ਕੁਝ ਕਰਦਾ, ਜਾਂ ਮੈਂ ਆਪਣੇ ਆਪ ਨਾਲ ਕੁਝ ਕਰਦਾ, ਮੈਥੋਂ ਬਰਦਾਸ਼ਤ ਨਹੀਂ ਹੁੰਦਾ ਇਹ ਕੀ ਬੋਲਦੇ ਨੇ। ਤੇ ਗੁਰੂ ਬਾਬਾ ਜੀ ਤੁਸੀਂ ਕਿਵੇਂ ਜਰ ਲੈਂਦੇ ਹੋ? ਮਹਾਰਾਜ ਕਹਿੰਦੇ ਸਹਿਜ ਧਿਆਨ ਕਰਕੇ। ਕਹਿੰਦੇ ਉਹ ਕਿਹੜਾ ਧਿਆਨ ਹੁੰਦਾ? ਕਹਿੰਦੇ ਦਰਵਾਜ਼ੇ ਹੀ ਮੂੰਦੇ ਗਏ। ਕਹਿੰਦੇ ਗੱਲ ਨਹੀਂ ਸਮਝ ਆਈ। ਮਹਾਰਾਜ ਕਹਿੰਦੇ ਉਹ ਸਾਹਮਣੇ ਜਿਹੜਾ ਢੇਰ ਲੱਗਿਆ ਹੋਇਆ, ਕਿਸੇ ਪਿੰਡ ਵਿੱਚ ਸਨ, ਆਹ ਜਿਹੜਾ ਅਨਾਜ ਦਾ ਢੇਰ ਲੱਗਿਆ ਹੋਇਆ, ਆਹ ਬੋਹਲ ਆ ਭਰ ਕੇ ਲਿਆ ਮੁੱਠ ਦੇ ਵਿੱਚ, ਥੋੜ੍ਹਾ ਜਿਹਾ ਮੁੱਠੀ ਦੇ ਵਿੱਚ। ਉਹ ਕਹਿੰਦਾ ਜੀ ਦੋਨੋਂ ਕਹਿੰਦੇ ਹਾਂ। ਉਹ ਭਰ ਕੇ ਲਿਆਇਆ। ਕਹਿੰਦੇ ਪਾ ਦੇ ਝੋਲੀ 'ਚ। ਕਹਿੰਦੇ ਫੜਾ। ਤੇ ਉਹ ਫੜਾਉਣ ਲੱਗਾ ਤੇ ਗੁਰੂ ਨਾਨਕ ਸਾਹਿਬ ਨੇ ਝੋਲੀ ਅੱਗੇ ਨਹੀਂ, ਹੱਥ ਅੱਗੇ ਨਹੀਂ ਕੀਤੇ। ਉਹ ਕਹਿੰਦਾ ਫੜੋ ਫੜੋ। ਮਹਾਰਾਜ ਨੇ ਹੱਥ ਹੀ ਨਹੀਂ ਅੱਗੇ ਕੀਤੇ। ਕਹਿੰਦੇ ਫੜੋ, ਨਹੀਂ ਕੀਤੇ। ਉਹਨੇ ਸੋਟੀ ਦਿੱਤੇ। ਕਹਿੰਦੇ ਮਹਾਰਾਜ ਫੜਦੇ ਕਿਉਂ ਨਹੀਂ? ਕਹਿੰਦੇ ਬਸ ਇਹੀ ਹੈ ਸਹਿਜ ਧਿਆਨ। ਇਹ ਅਵਸਥਾ ਹੈ ਕਿ ਜੇ ਕੋਈ ਕੌੜਾ ਬੋਲ ਕੇ ਗਿਆ, ਮੈਂ ਉਹਨੂੰ ਫੜਿਆ ਹੀ ਨਹੀਂ। ਜਿਹੜੀ ਚੀਜ਼ ਮੈਂ ਕਬੂਲ ਨਹੀਂ ਕੀਤੀ, ਉਹ ਮੇਰੀ ਝੋਲੀ ਕਿਵੇਂ ਪਏਗੀ? ਤੂੰ ਕਬੂਲ ਕਰ ਲਈ ਮਰਦਾਨੇ, ਇਸ ਲਈ ਤੂੰ ਬੇਚੈਨ ਹੈ। ਮੈਂ ਕਬੂਲ ਹੀ ਨਹੀਂ ਕੀਤਾ। ਇਹਨੂੰ ਸਹਿਜ ਧਿਆਨ ਕਿਹਾ ਕਿ ਸਾਰੇ ਪਾਸੇ ਮੂੰਦ ਲਈਏ ਦਰਵਾਜ਼ੇ। ਜਿਹੜੀ ਚੀਜ਼ ਜੋ ਸੁਣਨ ਨੂੰ ਕਿਹਾ ਉਹ ਸੁਣੀਏ। ਕੀ ਸੁਣਨਾ? ਉਹ ਨਾ ਸੁਣੀਏ ਜਿਹਦੇ ਅੰਦਰੋਂ ਦੁੱਖ ਪੈਦਾ ਹੋਏ। ਉਹ ਨਾ ਸੁਣੀਏ ਜਿਸ ਸੁਣਨ ਦੇ ਨਾਲ ਅੰਦਰ ਪਾਪ ਪੈਦਾ ਹੋਣ। ਉਹ ਸੁਣੀਏ ਜਿਸ ਸੁਣਨ ਦੇ ਨਾਲ ਦੁੱਖ ਤੇ ਪਾਪ ਦਾ ਨਾਸ਼ ਹੋਏ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਆਓ ਜੀ ਆਖਰੀ ਪੌੜੀ ਅੱਜ ਦੀ ਸਰਵਣ ਕਰੀਏ ਜੀ। ਸੁਣੈ ਸਰਾ ਗੁਣਾ ਕੇ ਗਾਹ, ਸੁਣੈ ਸ਼ੇਖ ਪੀਰ ਪਾਤਸ਼ਾਹ। ਸਰਾ ਸਰੋਵਰ ਨੂੰ ਵੀ ਆਖਿਆ, ਸਮੁੰਦਰ ਨੂੰ ਵੀ ਆਖਿਆ। ਸਮੁੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ 3 ਚੀਜ਼ਾਂ ਲਈ ਵਰਤਿਆ ਗਿਆ। ਇੱਕ ਵਾਹਿਗੁਰੂ ਦੇ ਲਈ ਸਮੁੰਦਰ ਵਰਤਿਆ ਗਿਆ,
कि तू ठाकरो बैरागरो मैं जेही कणचेरी राम तू सागरो रत्नागरो हों सार ना जाना तेरी राम। भट्टां दे सवैये 'ਚ ਅਸੀਂ ਸਮੁੰਦਰ ਗੁਰੂ ਲਈ ਵੀ ਪੜ੍ਹ ਕੇ ਆਏ ਹਾਂ ਔਰ ਸਮੁੰਦਰ ਤੀਸਰੀ ਅਵਸਥਾ ਸਰੀਰ ਨੂੰ ਵੀ ਆਖਿਆ ਗਿਆ ਕਿ ਸਮੁੰਦਰ ਵਰੋਲ ਸਰੀਰ ਹਮ ਦੇਖਿਆ ਇੱਕ ਬਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ। ਕਿਉਂ ਸਰੀਰ ਨੂੰ ਵੀ ਸਮੁੰਦਰ ਆਖਿਆ ਗਿਆ ਜਿਹਦਾ ਅੰਤ ਹੀ ਨਹੀਂ ਹੈ। ਇਹਦੇ ਅੰਦਰ ਬਹੁਤ ਕੁਝ ਪਿਆ ਹੋਇਆ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਕਿਹਾ। ਪਰ ਇੱਥੇ ਸਰਾਂ ਦਾ ਮਤਲਬ ਹੈ ਬਿੰਦੀ ਲਾ ਕੇ ਪੜ੍ਹਨਾ ਹੈ ਪਾਰ ਬ੍ਰਹਮ ਪਰਮੇਸ਼ਵਰ ਸਮੁੰਦਰ ਰੂਪ ਹੈ ਸੁਣਿਆ ਸਰਾਂ ਗੁਣਾ ਕੇ ਗਾਹ ਜਿਸ ਸਮੁੰਦਰ ਨੂੰ ਕੋਈ ਅੰਤ ਨਹੀਂ ਪਾ ਸਕਦਾ ਕਿ ਕੋਈ ਅੰਤ ਕਿ ਤੇਰਾ ਅੰਤ ਪਾਉਣ ਚੱਲੇ ਨੇ ਪਰ ਤੂੰ ਤੇ ਸਮੁੰਦਰ ਵਰਗਾ ਹੈ ਤੇਰਾ ਅੰਤ ਕੌਣ ਪਾਏਗਾ। ਪਰ ਜਿਹੜੇ ਆਤਮ ਗਿਆਨ ਦੇ ਵਿੱਚ ਜੁੜ ਜਾਂਦੇ ਨੇ ਉਹ ਗਾ ਲੈਂਦੇ ਹੈ। ਗਾਣਾ ਮਤਲਬ ਕਿ ਤੂੰ ਕਹਿੰਦਾ ਤੂੰ ਫਲਾਣੇ ਰਸਤੇ ਜਾਣਾ ਹੈ ਤੂੰ ਮੈਨੂੰ ਦੱਸ ਸਕਦਾ ਹੈ ਕਹਿੰਦਾ ਹਾਂ ਕਹਿੰਦੇ ਤੂੰ ਗਿਆ ਕਹਿੰਦਾ ਮੈਂ ਤੇ ਰਸਤਾ ਗਾ ਆਇਆ ਸਾਰਾ ਮੈਨੂੰ ਫਲਾਣੀ ਥਾਂ ਮੈਂ ਇੱਥੇ ਬਹਿ ਕੇ ਤੈਨੂੰ ਦੱਸਦਾ ਉੱਥੇ ਜਾਏਗਾ ਸੱਜੇ ਮੁੜ ਜਾਈਂ ਖੱਬੇ ਮੁੜ ਜਾਈਂ। ਇਹਨੂੰ ਕਹਿੰਦੇ ਗਾ ਲੈਣਾ ਕਿ ਜਿਹੜਾ ਗੁਰੂ ਦੇ ਸ਼ਬਦ ਦੇ ਵਿੱਚ ਜੁੜਦਾ ਉਹ ਪਾਰ ਬ੍ਰਹਮ ਪਰਮੇਸ਼ਵਰ ਦੇ ਸਾਰੇ ਗੁਣਾਂ ਦੇ ਜਿੰਨੇ ਵੀ ਡਾਇਮੈਂਸ਼ਨਸ ਨੇ ਉਹਨਾਂ ਦੀ ਉਹ ਗਿਆਨ ਹਾਸਿਲ ਕਰ ਚੁੱਕਿਆ। ਉਹਨੂੰ ਪਤਾ ਹੈ ਕਿ ਗੁਰੂ ਕਿਵੇਂ ਹੈ ਉਹਦੀ ਖੇਡ ਕਿਵੇਂ ਹੈ ਉਹ ਚੋਜੀ ਵੀ ਹੈ ਉਹ ਦੇਣ ਵਾਲਾ ਵੀ ਹੈ। ਇਸ ਸਮੁੰਦਰ ਦੇ ਨੂੰ ਗਾ ਚੁੱਕਾ ਹੈ ਉਹ ਉਸ ਸਮੁੰਦਰ ਦੇ ਉਹਨੂੰ ਚੱਪੇ ਚੱਪੇ ਗੁਰੂ ਦੇ ਹਰ ਚੋਜ ਦਾ ਪਤਾ ਹੈ ਪ੍ਰਭੂ ਦੇ ਗਿਆਨ ਦਾ ਪਤਾ ਹੈ। ਸੁਣਿਆ ਸਰਾਂ ਗੁਣਾ ਕੇ ਗਾ ਗੁਰੂ ਦੇ ਜਿਹੜੇ ਗੁਣ ਨੇ ਗੁਣਾਂ ਦਾ ਸਮੁੰਦਰ ਹੈ ਉਹਨੂੰ ਉਹ ਪ੍ਰਾਪਤ ਕਰ ਚੁੱਕਾ ਹੈ ਉਹਦੇ ਵਿੱਚ ਉਹ ਚੁੱਭੀਆਂ ਲਾ ਚੁੱਕਾ ਹੈ। ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਨ ਦੇ ਨਾਲ ਸ਼ੇਖਾਂ ਵਾਲੀ ਅਵਸਥਾ ਕਿਹੜੀ ਜਿਹਨੂੰ ਕਿਹਾ ਅਮੀਰੀ ਵਾਲੀ ਵੱਡੀ ਵਾਲੀ ਜਦ ਸਾਰੇ ਸਿਰ ਝੁਕਾਉਂਦੇ ਸ਼ੇਖ ਜੀ ਆਖਦੇ ਆ। ਅੱਗੇ ਕਿਹਾ ਪੀਰ ਵੱਡਾ ਪੀਰ ਰਿੱਧੀਆਂ ਸਿੱਧੀਆਂ ਦਾ ਮਾਲਕ ਤੇ ਪਾਤਸ਼ਾਹ ਕਿਹਾ ਰਾਜਾ ਉਮਰਾਓ। ਵੱਡੀਆਂ ਅਵਸਥਾਵਾਂ ਗੁਰੂ ਦੇ ਸ਼ਬਦ ਦੇ ਗਿਆਨ ਵਿੱਚੋਂ ਨੇ। ਹਸਤੀ ਸਿਰ ਜੋ ਅੰਕੁਸ਼ ਹੈ ਅਹਰਣ ਜਿਉਂ ਸਿਰ ਦੇ ਮੰਤਨ ਆਗੈ ਰਾਕੈ ਊਪੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾਲੇ। ਸੁਣਿਆ ਸ਼ੇਖ ਪੀਰ ਪਾਤਸ਼ਾਹ ਇਹ ਅਵਸਥਾਵਾਂ ਗੁਰੂ ਦੇ ਸ਼ਬਦ ਦੇ ਵਿੱਚ ਟਿਕਣ ਨਾਲ ਹੈ ਜੀ। ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੇ ਅਸਗਾ। ਸੁਣਿਆ ਅੰਧੇ ਪਾਵਹਿ ਰਾਹ ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ ਅੰਧੁਲੇ ਤ੍ਰਿਭਵਨ ਸੂਝਿਆ। ਜਿਹਦੀ ਸੁਰਤ ਅੰਨੀ ਹੋ ਗਈ ਹੈ ਜਿਹਦਾ ਮਨ ਕੁਝ ਵਿਕਾਰਾਂ ਦੇ ਪਰਦਿਆਂ ਦੇ ਵਿੱਚ ਗੰਦਲਾ ਹੋ ਚੁੱਕਾ ਹੈ ਦਿਸਦਾ ਨਹੀਂ ਮਨ ਨੂੰ ਕੱਖ ਨਹੀਂ ਸਮਝ ਆਉਂਦੀ ਕੀ ਕਰਾਂ। ਇਸ ਸੁਣਨ ਦੇ ਨਾਲ ਉਹਨੂੰ ਰਾਹ ਮਿਲਦੇ ਨੇ ਨਵੇਂ ਜੀਵਨ ਦੇ। ਨਹੀਂ ਤੇ ਮਨੁੱਖ ਜੀਵਨ ਤੋਂ ਹੀ ਜੀਵਨ ਦੀਆਂ ਗਤੀਆਂ ਵਿਧੀਆਂ ਤੋਂ ਪਰੇਸ਼ਾਨ ਹੋ ਕੇ ਬੜੇ ਗੰਦੇ ਤੇ ਗਲਤ ਫੈਸਲੇ ਵੀ ਲੈ ਲੈਂਦਾ। ਪਰ ਨਹੀਂ ਜਿਹੜਾ ਇਸ ਧਿਆਨ ਵਿੱਚ ਟਿਕਦਾ ਜੇ ਸਾਰੀ ਦੁਨੀਆ ਸਾਰੇ ਰਸਤੇ ਬੰਦ ਕਰ ਦੇ ਪਰ ਉਹਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਧਿਆਨ ਨਵਾਂ ਰਸਤਾ ਹੋਰ ਦਿਖਾ ਦਿੰਦਾ ਉਹਦੇ ਲਈ ਰਸਤੇ ਖੁੱਲ੍ਹ ਜਾਂਦੇ ਹੈ। ਸੁਣਿਆ ਅੰਧੇ ਪਾਵਹਿ ਰਾਹ ਅੰਨਾ ਹੋਇਆ ਮਨ ਇੱਕ ਨਵੇਕਲੇ ਰਾਹ ਵੱਲ ਤੁਰਦਾ। ਸੁਣਿਆ ਹਾਥ ਹੋਵੇ ਅਸਗਾਹ ਕਹਿੰਦੇ ਆ ਜਿਹਨੂੰ ਗਾਇਆ ਨਹੀਂ ਜਾ ਸਕਦਾ ਜਿਹੜਾ ਪਾਰ ਬ੍ਰਹਮ ਪਰਮੇਸ਼ਵਰ ਸਮੁੰਦਰ ਹੈ ਉਹ ਉੱਥੇ ਤੱਕ ਅਪੜ ਜਾਂਦਾ ਹੈ ਜਿੱਥੇ ਤੱਕ ਕਿਸੇ ਦੀ ਸੁਰਤ ਨਹੀਂ ਹੈ। ਇਹਨੂੰ ਕਿਹਾ ਮਹਾਰਾਜ ਜੀ ਕਿ ਜਿਤ ਕੀਤਾ ਪਾਈ ਹੈ ਆਪਣਾ ਸਾ ਘਾਲ ਬੁਰੀ ਕਿਉਂ ਕਾਲੀ ਹੈ। ਇਹਨੂੰ ਮੰਦਾ ਮੂਲ ਨਾ ਕੀਚੇ ਦੇ ਲੰਮੀ ਨਦਰ ਨਿਹਾਲੀ ਹੈ। ਜਿੱਥੇ ਤੱਕ ਕੋਈ ਨਹੀਂ ਸੋਚ ਸਕਦਾ ਆਤਮ ਧਿਆਨ ਦੇ ਵਿੱਚ ਜੁੜਿਆ ਹੋਇਆ ਹਾਥ ਹੋਵੇ ਅਸਗਾ ਉਹ ਪਾਰ ਬ੍ਰਹਮ ਪਰਮੇਸ਼ਵਰ ਦੀ ਦਰਗਾਹ ਤੱਕ ਦੇ ਸੱਚ ਨੂੰ ਜਾਣਦਾ। ਉਹ ਆਉਣ ਵਾਲਾ ਵੀ ਜਾਣ ਸਕਦਾ ਪਿਛਲਾ ਵਰਤਿਆ ਹੋਇਆ ਵੀ ਉਹ ਜਾਣ ਲੈਂਦਾ। ਉਹ ਆਉਣ ਵਾਲੇ ਸਮੇਂ ਦੀ ਵੀ ਸੋਝੀ ਰੱਖਦਾ। ਉਹਦੇ ਹੱਥ ਭਾਵ ਅਸਗਾ ਜਿਹੜਾ ਨਹੀਂ ਸਮਝ ਆਉਂਦਾ ਉਹ ਵੀ ਉਹਦੇ ਹੱਥ ਤਾਕਤ ਆਉਂਦੀ ਹੈ ਜੀ। ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ਼। ਨਾਨਕ ਭਗਤਾਂ ਸਦਾ ਵਿਗਾਸ ਇਸ ਧਿਆਨ ਦੇ ਵਿੱਚ ਇਵੇਂ ਸੁਣਨ ਦੇ ਨਾਲ ਭਗਤਾਂ ਦੇ ਹਿਰਦੇ ਵਿੱਚ ਵਿਗਾਸ ਖੇੜਾ ਪੈਦਾ ਹੁੰਦਾ ਹੈ। ਇਸ ਕਰਕੇ ਉਹ ਨਾ ਸੁਣੀਏ ਉਹ ਗੰਦਣ ਵੈਣ ਨਾ ਸੁਣੀਏ ਜਿਹਦੇ ਅੰਦਰੋਂ ਪਾਪ ਪੈਦਾ ਹੋਣ। ਉਹ ਬਾਤਾਂ ਤੋਂ ਪਰਹੇਜ਼ ਗੁਰੇਜ਼ ਕਰੀਏ ਜਿਹਦੇ ਨਾਲ ਅੰਦਰ ਦੁੱਖ ਪੈਦਾ ਹੋਣ ਨਿੰਦਾ ਦੇ ਨਾਲ ਚਿੰਦਾ ਦੇ ਨਾਲ ਤਾਤ ਪਰਾਈ ਦੇ ਨਾਲ। ਇਹੋ ਜਿਹੇ ਬਚਨ 'ਚ ਕੋਈ ਬੋਲੇ ਵੀ ਤਾਂ ਵੀ ਮਹਾਰਾਜ ਕਹਿੰਦੇ ਆ ਜੋ ਸੁਣਨ ਵਾਲਾ ਉਹ ਸੁਣੀਏ ਜੋ ਨਹੀਂ ਸੁਣਨ ਵਾਲਾ ਉਹਨੂੰ ਅਨਸੁਣਾ ਕਰੀਏ। ਇਹ ਸੁਣਨ ਦੇ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ। ਸੁਣਿਆ ਦੁੱਖ ਇਹਨੂੰ ਦੁੱਖ ਨਾ ਪੜਿਓ ਧਿਆਨ ਨਾਲ ਸੁਣਿਆ
ਦੁਖ ਪਾਪ ਕਾ ਨਾਸ਼। ਇਵੇਂ ਧਿਆਨ ਦੇ ਨਾਲ ਸੁਣਨ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ। ਸਤਿਗੁਰ ਭਲੀਕਰਨ ਹੁਣ ਇੱਥੇ ਸਮਾਪਤੀ ਹੈ ਜੀ। ਸਤਿਗੁਰ ਜੀ ਦੀ ਬਖਸ਼ਿਸ਼ ਦੇ ਨਾਲ 11 ਪੌੜੀਆਂ ਤੱਕ ਇਹ ਵਿਚਾਰ ਹੋਈ ਹੈ ਜੀ। ਸੁਣਨ ਦੀ, ਕੱਲ ਨੂੰ ਮੰਨਣ ਦੀ ਅਸੀਂ ਆਰੰਭ ਕਰਾਂਗੇ। ਇਨਕ ਵਿਚਾਰਾਂ ਦੇ ਨਾਲ ਸਤਿਗੁਰੂ ਤੇ ਗੁਰੂ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਇਹ ਕੋਈ ਅੰਤਮ ਅਰਥ ਨਹੀਂ, ਇਹ ਸਿਰਫ ਇੱਕ ਨਿੱਕਾ ਜਿਹਾ ਯਤਨ ਹੈ ਜੀ। ਧੰਨਵਾਦ ਹੈ ਆਪ ਸੰਗਤਾਂ ਦਾ, ਭਾਈ ਸਾਹਿਬ ਜੀ ਦਾ। ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।